ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਿ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗਾ। ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਿਥਮ ਰਾਸ ਲਿਖਿਅਤੇ। ਦੋਹਰਾ ਤੀਨੋਂ ਕਾਲ ਸੋ ਅਚਲ ਰਹੇ। ਅਲੰਬ ਸਕਲ ਜਗ ਜਾਲ। ਜਾਲ ਕਾਲ ਲਖ ਮੁਚਤ ਜਿਸ। ਕਰਤਾ ਪੁਰਖ ਅਕਾਲ। ਤੀਨੋਂ ਕਾਲ ਸੋ ਅਚਲ ਰਹੇ। ਅਲੰਬ ਸਕਲ ਜਗ ਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗ ਗੁਰ ਨਾਨਕ ਪ੍ਰਕਾਸ਼ ਦੀ ਕਥਾ ਗੁਰ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਜਿਹੜੇ ਅਧਿਆਏ ਹਨ ਉਹਦੀ ਕਥਾ ਆਪ ਜੀਆਂ ਨੇ ਬਹੁਤ ਪ੍ਰੇਮ ਤੇ ਸ਼ਰਧਾ ਸਹਿਤ ਸਰਵਣ ਕਰਨਾ ਕੀਤਾ ਸੀ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਕਾਰਨ ਕਰਨਾ ਕੀਤਾ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਭਾਣਾ ਵਰਤਾਏ ਹਨ, ਜੋਤੀ ਜੋਤ ਸਮਾਏ ਪ੍ਰਭ ਪੁਰ ਪਿਆਨਾ ਕਰਨਾ ਕੀਤਾ, ਉਹ ਪਾਵਨ ਇਤਿਹਾਸ ਉਸ ਕਥਾ ਨੂੰ ਆਪ ਜੀਆਂ ਨੇ ਸਰਵਣ ਕੀਤਾ ਸੀ। ਤੇ ਆਪ ਨੇ ਪਿਆਰਿਓ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਭਾਣਾ ਵਰਤਾਉਣਾ ਸੀ, ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਆਪਣੇ ਤਨ ਦਾ ਤਿਆਗ ਕਰ ਦਿੱਤਾ। ਤੇ ਜਦੋਂ ਇੰਜ ਸਤਿਗੁਰੂ ਮਹਾਰਾਜ ਜੀ ਨੇ ਤਨ ਦਾ ਤਿਆਗ ਕੀਤਾ, ਉਸੇ ਵੇਲੇ ਗੁਰੂ ਪੁੱਤਰ ਆ ਗਏ। ਉਹਨਾਂ ਨੇ ਆ ਕਰਕੇ ਜਦੋਂ ਅਰਦਾਸ ਬੇਨਤੀ ਕਰਨੀ ਕੀਤੀ ਹੈ ਤੇ ਸਤਿਗੁਰੂ ਮਹਾਰਾਜ ਮੁੜ ਕੇ ਫਿਰ ਦੁਬਾਰਾ ਸਰੀਰ ਦੇ ਵਿੱਚ ਆਏ ਤੇ ਉਹਨਾਂ ਨੂੰ ਬਚਨ ਕਰਨਾ ਕੀਤਾ, ਉਪਦੇਸ਼ ਦਿੱਤਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਇਹ ਮਹਾਰਾਜ ਜੀ ਨੇ ਉਹਨਾਂ ਦੇ ਤਾਈਂ ਉਪਦੇਸ਼ ਦਿੱਤਾ, ਬਚਨ ਕੀਤਾ ਕਿ ਭਾਵੇਂ ਬੰਦਾ ਲੱਖ ਕਰਮ ਕਰਨਾ ਕਰੇ, ਯਤਨ ਕਰਨਾ ਕਰੇ, ਲੇਕਿਨ ਜਿਹਦੇ ਮੱਥੇ ਤੇ ਭਾਗ ਹੁੰਦੇ ਹਨ, ਜਿਹਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ, ਵਡਿਆਈ ਉਹਨੂੰ ਪ੍ਰਾਪਤ ਹੁੰਦੀ ਹੈ। ਗੁਰਤਾ ਗੱਦੀ ਦੇ ਉਹੀ ਮਾਲਕ ਬਣਦੇ ਹਨ। ਤੁਰ ਦਰਗਾਹ ਤੋਂ ਉਹ ਗੁਰਤਾ ਗੱਦੀ ਲੈ ਕੇ ਆਉਂਦੇ ਹਨ। ਇਹ ਮਹਾਰਾਜ ਜੀ ਨੇ ਕਿਹਾ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਲੱਗਿਆ, ਐਤਕੀ ਮਹਾਰਾਜ ਜੀ ਨੇ ਸਾਰਿਆਂ ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਕਨਾਤ ਤਾਣ ਦੇਣੀ ਹੈ, ਕੋਈ ਸਾਡੇ ਲਾਗੇ ਨਾ ਆਵੇ। ਤੇ ਮਹਾਰਾਜ ਜੀ ਦੇ ਕਹੇ ਮੁਤਾਬਕ ਸਿੱਖਾਂ ਨੇ ਉਸੇ ਵੇਲੇ ਉੱਚੀ ਸਾਰੀ ਕਨਾਤ ਜਿਹੜੀ ਹੈ ਉਹਨੂੰ ਤਾਨਣਾ ਕੀਤਾ, ਬੰਨਣਾ ਕੀਤਾ। ਸਤਿਗੁਰੂ ਮਹਾਰਾਜ ਅੰਦਰ ਸਨ ਤੇ ਨਾਲ ਜਿਹੜੇ ਨਿਕਟਵਰਤੀ 3-4 ਸਿੱਖ ਉਹ ਵੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮੌਜੂਦ ਹਨ। ਸਤਿਗੁਰੂ ਮਹਾਰਾਜ ਅੰਦਰ ਵਿਰਾਜਮਾਨ ਹਨ, ਭਾਣਾ ਵਰਤਾਉਣ ਲੱਗੇ। ਬਸ ਉਨੇ ਕੋ ਚਿਰ ਨੂੰ ਤੁਰਕਾਂ ਦਾ ਇੱਕ ਜਥਾ ਆਇਆ ਜੋ ਸਤਿਗੁਰੂ ਮਹਾਰਾਜ ਜੀ ਦੇ ਮੁਰੀਦ ਸਨ, ਮਹਾਰਾਜ ਜੀ ਦੇ ਸਿੱਖ ਸਨ। ਉਹ ਆ ਕਰਕੇ ਕਹਿਣ ਲੱਗੇ, ਭਾਈ ਸਾਨੂੰ ਵੀ ਅੰਦਰ ਜਾਣ ਦਿਓ, ਅਸੀਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ। ਤਾਂ ਹਿੰਦੂਆਂ ਨੇ ਜਦੋਂ ਰੋਕ ਦਿੱਤਾ, ਉਹਨਾਂ ਨੇ ਕਿਹਾ ਨਹੀਂ ਭਾਈ, ਮਹਾਰਾਜ ਜੀ ਦਾ ਇਹ ਹੁਕਮ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਕਿ ਹੁਣ ਸਮਾਂ ਚੱਲ ਗਿਆ, ਹੁਣ ਕੋਈ ਅੰਦਰ ਆ ਨਹੀਂ ਸਕਦਾ। ਉਹ ਤੁਰਕ ਜਿਹੜੇ ਸਨ, ਖਾਨ ਜਿਹੜੇ ਉਹ ਸ਼ਸਤਰਧਾਰੀ ਸਨ, ਸ਼ਸਤਰਾਂ ਨੂੰ ਲੈ ਕੇ ਆਏ ਤੇ ਤੁਰਕਾਂ ਦਾ ਰਾਜ ਸੀ, ਉਹਨਾਂ ਦਾ ਬਹੁਤ ਜ਼ਿਆਦਾ ਬਲ। ਉਹ ਗੁੱਸੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਸਿਰਫ ਤੁਹਾਡੇ ਨਹੀਂ ਸਾਡੇ ਵੀ ਹਨ। ਇਸਲਾਮੀ ਮਤ ਅਨੁਸਾਰ ਸਤਿਗੁਰੂ ਮਹਾਰਾਜ ਜੀ ਦਾ ਅਸਾਂ ਨੇ ਸੰਸਕਾਰ ਕਰਨਾ ਹੈ, ਸਪੁਰਦੇ ਖਾਕ ਕਰਨਾ। ਇਹ ਜਦੋਂ ਗੱਲ ਹੋਈ ਤੇ ਜਿਹੜੇ ਉੱਥੇ ਹਿੰਦੂ ਲੋਕ ਸਨ, ਹਿੰਦਵਾਣਾ ਸੀ, ਉਹ ਵੀ ਪਿਆਰਿਓ ਤੁਰੰਤ ਫਿਰ ਸ਼ਸਤਰਾਂ ਨੂੰ ਅਸਤਰਾਂ ਨੂੰ ਲੈ ਕੇ ਆ ਗਏ। ਉੱਥੇ ਫਿਰ ਝਗੜਾ ਹੋਣ ਲੱਗਾ ਤੇ ਜਿਹੜਾ ਝਗੜਾ ਗੱਲਾਂ ਬਾਤਾਂ ਦੇ ਨਾਲ ਹੁੰਦਾ ਹੋਇਆ ਉਹ ਸ਼ਸਤਰਾਂ ਤੱਕ ਪਹੁੰਚ ਗਿਆ। ਬਹੁਤ ਜ਼ਿਆਦਾ ਰੌਲਾ ਗੌੜਾ ਪੈ ਗਿਆ, ਸਾਰੇ ਲੋਕ ਭੱਜਣ ਲੱਗੇ। ਇਹ ਰੌਲੇ ਗੋਲੇ ਦੀ ਆਵਾਜ਼ ਜਦੋਂ ਅੰਦਰ ਕਨਾਤ ਦੇ ਵਿੱਚ ਪਹੁੰਚੀ ਹੈ ਤੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਸਿੱਖ ਸਨ, ਸਿਆਣੇ ਸਨ, ਉਹਨਾਂ ਨੇ ਇਹ ਝਗੜਾ ਨਿਬੇੜਨ ਦੇ ਵਾਸਤੇ ਉਹ ਸਾਰੇ ਦੇ ਸਾਰੇ ਬਾਹਰ ਆ ਗਏ।
ਤੇ ਬਾਹਰ ਆ ਕਰਕੇ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸਮਝਾਇਆ ਕਿ ਆ ਭਾਈ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਤੱਕ ਤਨ ਦੇ ਵਿੱਚ ਮੌਜੂਦ ਸਨ, ਜੀਵਤ ਸਨ, ਉਹਨਾਂ ਨੇ ਸਾਨੂੰ ਸ਼ਾਂਤੀ ਦਾ ਪਾਠ ਪੜਾਇਆ। ਇਹ ਹੀ ਕਿਹਾ ਕਿ ਭਾਈ ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ, ਫਿਰ ਵੀ ਆਪਾਂ ਉਹਨਾਂ ਦੇ ਦਰ ਤੇ ਆ ਕਰਕੇ ਦਾਅਵੇ ਕਰਦੇ ਹਾਂ, ਝਗੜੇ ਕਰਦੇ ਹਾਂ, ਕਹਿੰਦੇ ਹਾਂ ਕੀ ਹੈ। ਜੇ ਇਸ ਤਰ੍ਹਾਂ ਹੀ ਆਪਾਂ ਝਗੜਾ ਕਰਾਂਗੇ ਤਾਂ ਦੇਖੋ ਕਿੰਨੀ ਗੱਲ ਗਲਤ ਹੋ ਜਾਵੇਗੀ। ਆਮ ਲੋਕਾਂ ਨੇ ਕਹਿਣਾ ਸਤਿਗੁਰੂ ਮਹਾਰਾਜ ਜੀ ਵੀ ਬਹੁਤ ਜ਼ਿਆਦਾ ਦੁਖੀ ਹੋਣਗੇ ਕਿ ਇਹਨਾਂ ਹੀ ਲੋਕਾਂ ਨੂੰ ਮੈਂ ਸਮਝਾਉਂਦਾ ਰਿਹਾ, ਸ਼ਾਂਤੀ ਦਾ ਪਾਠ ਪੜਾਈ ਗਿਆ, ਇਹਨਾਂ ਨੂੰ ਇਹੀ ਕਿਹਾ ਸੀ ਕਿ ਭਾਈ ਝਗੜਾ ਨਹੀਂ ਕਰਨਾ, ਮਿਲ ਕੇ ਰਹਿਣਾ, ਬਸ ਸਾਡੇ ਤਨ ਦੇ ਤਿਆਗ ਕਰਨ ਦੀ ਦੇਰੀ ਸੀ, ਇਹ ਆਪਸ ਦੇ ਵਿੱਚ ਲੜ ਪਏ, ਇਹਨਾਂ ਨੇ ਝਗੜਾ ਕਰਨਾ ਕੀਤਾ। ਸਤਿਗੁਰੂ ਮਹਾਰਾਜ ਸਾਡੇ ਤੋਂ ਨਹੀਂ ਖੁਸ਼ ਹੋਣਗੇ। ਉਹਨਾਂ ਨੂੰ ਜਦੋਂ ਸਮਝਾਇਆ ਬੁਝਾਇਆ, ਸ਼ਾਂਤ ਕਰਨਾ ਕੀਤਾ ਤੇ ਫਿਰ ਦੋਵੇਂ ਧਿਰ ਜਿਹੜੇ ਹਨ ਉਹ ਸ਼ਾਂਤ ਹੋ ਗਏ। ਬਾਅਦ ਵਿੱਚ ਤੁਰਕਾਂ ਨੇ ਕਿਹਾ ਆਪਾਂ ਇੱਕ ਕੰਮ ਕਰਨਾ ਕਰੀਏ, ਝਗੜਾ ਹੀ ਨਿਬੇੜ ਦਈਏ, ਜਾਓ ਸਤਿਗੁਰੂ ਮਹਾਰਾਜ ਜੀ ਨੂੰ ਪੁੱਛੋ, ਸਾਡੀ ਵੀ ਮਜਬੂਰੀ ਹੈ ਕਿਉਂਕਿ ਅਸੀਂ ਬਹੁਤ ਦੂਰੋਂ ਆਏ ਹਾਂ ਚੱਲ ਕਰਕੇ ਤੇ ਅਸੀਂ ਅੰਤਲੇ ਸਮੇਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਦੇਖੋ ਕਿੰਨੇ ਦੂਰੋਂ ਅਸੀਂ ਚੱਲ ਕੇ ਆਏ ਹਾਂ, ਕਿਉਂਕਿ ਜੇ ਅਸੀਂ ਆਪਣੀ ਵੱਲੋਂ ਗਲਤੀ ਕਰਦੇ ਹਾਂ, ਲੇਟ ਪਹੁੰਚਦੇ ਹਾਂ ਤਾਂ ਫਿਰ ਗੱਲ ਵੱਖਰੀ ਹੁੰਦੀ ਸੀ ਕਿ ਭਾਈ ਤੁਸੀਂ ਲੇਟ ਹੋ ਗਏ। ਲੇਕਿਨ ਅਸੀਂ ਵੀ ਕੀ ਕਰਨਾ ਕਰੀਏ, ਅਸੀਂ ਲਾਗੇ ਥੋੜ੍ਹੀ ਰਹਿਣ ਵਾਲੇ ਬਹੁਤ ਦੂਰੋਂ ਦਰਾਡਿਓਂ ਚੱਲ ਕੇ ਆਏ। ਵਾਹ ਉਦਾਈ ਦੇ ਨਾਲ ਦਿਨ ਰਾਤ ਸਫ਼ਰ ਪੈਂਡਾ ਤੈਅ ਕਰਦਿਆਂ ਅਸੀਂ ਪਹੁੰਚੇ ਹਾਂ। ਸਾਨੂੰ ਇੱਕ ਵਾਰੀ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ, ਆ ਤੁਸੀਂ ਜਾ ਕਰਕੇ ਬੇਨਤੀ ਕਰਨਾ ਕਰੋ। ਤਾਂ ਪਿਆਰਿਓ ਉਹਨਾਂ ਦਾ ਬਚਨ ਮੰਨ ਕੇ ਇੱਕ ਸਿੱਖ ਜਦੋਂ ਅੰਦਰ ਗਿਆ, ਉਹ ਕੀ ਤੱਕਦਾ ਕਿ ਥੱਲੇ ਦਾ ਵਿਛਾਉਣਾ ਵੀ ਵਿਛਿਆ ਹੋਇਆ ਤੇ ਉੱਤੇ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਚਾਦਰਾ ਲਿਆ ਸੀ ਉਹ ਵੀ ਹੈ, ਲੇਕਿਨ ਵਿਚਕਾਰ ਤੋਂ ਸਤਿਗੁਰੂ ਮਹਾਰਾਜ ਜੀ ਦੀ ਦੇਹੀ ਜਿਹੜੀ ਹੈ ਵਿਲੋਪਤ ਹੋ ਗਈ ਹੈ, ਅਲੋਪ ਹੋ ਗਈ। ਵੇਖ ਕਰਕੇ ਦੰਗ ਹੋ ਗਿਆ। ਫਿਰ ਸਿੱਖਾਂ ਨੂੰ ਸਦਨਾ ਕੀਤਾ, ਸਾਰੀ ਸੰਗਤ ਫਿਰ ਕਨਾਤ ਦੇ ਵਿੱਚ ਆ ਗਈ। ਕਨਾਤ ਜਦੋਂ ਹਟਾ ਦਿੱਤੀ ਹੈ ਤੇ ਆਪ ਵੇਖ ਕਰਕੇ ਸਾਰੇ ਦੰਗ ਹੋ ਗਏ ਕਿ ਭਾਈ ਸਤਿਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਇਹ ਭਾਣਾ ਵਰਤਾਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਝਗੜਾ ਹੀ ਮੁਕਾ ਦਿੱਤਾ, ਝਗੜਾ ਹੀ ਖਤਮ ਕਰ ਦਿੱਤਾ ਤੇ ਇਹ ਕਨਾਤ ਤਾਨ ਕਰਕੇ ਤੇ ਨਾਲ ਸਿੱਖਾਂ ਦੇ ਮਨ ਵਿੱਚ ਆਇਆ ਅਸੀਂ ਤਾਂ ਚੌਂ ਚਫੇਰੀ ਘੇਰਾ ਪਾਇਆ ਸੀ ਕਨਾਤ ਦੇ ਬਾਰ-ਬਾਰ, ਫਿਰ ਵੀ ਪਤਾ ਨਹੀਂ ਸਤਿਗੁਰੂ ਮਹਾਰਾਜ ਜੇ ਕਨਾਤ ਤੋਂ ਨਿਕਲ ਕੇ ਜਾਂਦੇ ਹਨ ਤਾਂ ਪਤਾ ਤਾਂ ਲੱਗ ਜਾਣਾ ਸੀ ਹਾਂ ਜੀ ਮਹਾਰਾਜ ਇੱਥੋਂ ਨਿਕਲ ਗਏ। ਲੇਕਿਨ ਇੰਨੇ ਬੰਦਿਆਂ ਦੇ ਵਿੱਚੋਂ ਨਿਕਲਣਾ ਵੀ ਬਹੁਤ ਕਠਿਨ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਸਤਿਗੁਰੂ ਮਹਾਰਾਜ ਜੀ ਦਾ ਚੋਜ ਹੈ, ਇਹ ਸਤਿਗੁਰੂ ਮਹਾਰਾਜ ਜੀ ਦੀ ਲੀਲਾ ਹੀ ਹੈ ਤੇ ਇਹ ਲੀਲਾ ਨੂੰ ਆਪਾਂ ਲੀਲਾ ਰਹਿਣ ਦਈਏ, ਇਹਨੂੰ ਅਸਚਰਜਤਾ ਦੇ ਵਿੱਚ ਹੀ ਰਹਿਣ ਦਈਏ। ਜਦੋਂ ਮਹਾਰਾਜ ਜੀ ਨੇ ਕਪੜਾ ਢੱਕ ਦਿੱਤਾ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਨਾਤ ਤਾਨ ਦਿੱਤੀ ਹੈ ਤਾਂ ਫਿਰ ਉਹਨੂੰ ਖੋਲ ਕਰਕੇ ਉਹਨੂੰ ਪਾੜ ਕਰਕੇ ਨਹੀਂ ਵੇਖਣਾ ਚਾਹੀਦਾ। ਜੇ ਆਪਾਂ ਫਿਰ ਉਹਨੂੰ ਖੋਲ ਕੇ ਪਾੜ ਕਰਕੇ ਵੇਖਦੇ ਹਾਂ ਤਾਂ ਪਿਆਰਿਓ ਗੱਲ ਨਹੀਂ ਬਣਦੀ ਹੈ, ਤਾਂ ਹੁਕਮ ਦੀ ਅਦੂਲੀ ਹੋ ਜਾਵੇਗੀ। ਜੇ ਪ੍ਰਤਾਖੀ ਕੋਈ ਲੀਲਾ ਕਰਦੀ ਤਾਂ ਸਤਿਗੁਰੂ ਮਹਾਰਾਜ ਪ੍ਰਤਾਖੀ ਕਰਦੇ, ਲੇਕਿਨ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਹਦੇ ਉੱਤੇ ਆਪਾਂ ਪੜਦਾ ਪਾ ਕਰਕੇ ਕੰਮ ਕਰਦੇ ਹਾਂ। ਇਹਦਾ ਇਹੀ ਮਤਲਬ ਹੈ ਕਿ ਭਾਈ ਜਦੋਂ ਮਹਾਰਾਜ ਜੀ ਨੇ ਪਰਦਾ ਪਾ ਦਿੱਤਾ, ਕਿਹਾ ਕਿ ਸਿੱਖੋ ਬਸ ਇਹਨੂੰ ਪਰਦੇ ਦੇ ਵਿੱਚ ਹੀ ਰਹਿਣ ਦਿਓ, ਤਾਂ ਸਾਡਾ ਵੀ ਫਰਜ਼ ਬਣਦਾ ਕਿ ਇਹ ਮਹਾਰਾਜ ਜੀ ਦਾ ਚੋਜ ਜਾਣ ਕਰਕੇ, ਲੀਲਾ ਜਾਣ ਕਰਕੇ ਤੇ ਉਦੋਂ ਹੀ ਆਪਾਂ ਨਤਮਸਤਕ ਹੋਣਾ ਕਰੀਏ। ਕਈ ਲੋਕ ਪਿਆਰਿਓ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਬਹੁਤ ਸਾਰੇ ਪ੍ਰਸੰਗ ਆਉਂਦੇ ਹਨ, ਕਿਉਂਕਿ ਕੱਲ ਦੇ ਦੀਵਾਨ ਦੇ ਵਿੱਚ ਸਮੇਂ ਦੀ ਕਮਤਰਤਾ ਸੀ, ਇਸ ਕਰਕੇ ਆਪਾਂ ਜ਼ਿਆਦਾ ਵਿਸਥਾਰ ਦੇ ਵਿੱਚ ਨਹੀਂ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਪਿਆਰਿਓ ਆਪਣੇ ਤਨ ਨੂੰ ਵਿਲੋਪ ਕਰਨਾ ਕੀਤਾ, ਅਲੋਪ ਕਰ ਗਏ। ਸਤਿਗੁਰੂ ਮਹਾਰਾਜ ਜੀ ਨੇ ਕਨਾਤ ਤਾਨਣੀ ਕੀਤੀ ਹੈ, ਭਾਵ ਕਿ ਪਰਦਾ ਪਾ ਦਿੱਤਾ। ਇਹ ਜਿਹੜਾ ਪਾਵਨ ਅਸਥਾਨ ਸਤਿਗੁਰੂ ਮਹਾਰਾਜ ਆਦ ਹਨ, ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਇਹ ਜੋਤ ਜਿਹੜੀ ਹੈ ਫਿਰ 10 ਜਾਮਿਆਂ ਦੇ ਵਿੱਚ ਆਈ। ਪਹਿਲਾ ਜਾਮਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਫਿਰ ਇਹੀ ਜੋਤ ਜਿਹੜੀ ਹੈ ਪਿਆਰਿਓ 5ਵੇਂ ਜਾਮੇ ਦੇ ਵਿੱਚ ਆਈ। ਤਾਂ ਵੀ ਪਿਆਰਿਓ ਸਾਨੂੰ ਚੇਤੇ ਬਸ
ਕਪੜਾ ਪਾ ਕਰਕੇ ਜਲ ਪ੍ਰਵਾਹ ਹੋ ਗਿਆ, ਕੋਈ ਕਹਿੰਦਾ ਜੀ ਜਲ ਪ੍ਰਵਾਹ ਕੀਤਾ। ਕਈ ਸਿੱਖ ਕਹਿੰਦੇ ਬਸ ਕਪੜਾ ਮਹਾਰਾਜ ਜੀ ਰਾਵੀ ਦੇ ਕੰਢੇ ਪਾ ਕਰਕੇ ਉਥੋਂ ਮਹਾਰਾਜ ਸਣਦੇ ਹੀ ਵਿਲੋਪਤ ਹੋ ਗਏ ਹਨ। ਭਾਵ ਕਿ ਸੰਸਕਾਰ ਦਾ ਮੌਕਾ ਬਾਕੀ ਜਿੰਨੇ ਵੀ ਸਤਿਗੁਰੂ ਮਹਾਰਾਜ ਦੂਜੇ ਪਾਤਸ਼ਾਹ, ਤੀਜੇ, ਚੌਥੇ ਤੇ 6ਵੇਂ 7ਵੇਂ 8ਵੇਂ 9ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ 2 ਥਾਂ ਤੇ ਸੰਸਕਾਰ ਹੋਏ। ਇਸ ਕਰਕੇ 9ਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੇ ਨਾਲ ਸੰਬੰਧਕ 2 ਸ਼ੀਸ਼ਗੰਜ ਸਾਹਿਬ ਹਨ। ਇੱਕ ਪਿਆਰਿਓ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਜਿੱਥੇ ਮਹਾਰਾਜ ਜੀ ਦਾ ਸੀਸ ਲੱਥਾ ਸੀ ਉਹਨੂੰ ਵੀ ਆਪਾਂ ਸ਼ੀਸ਼ਗੰਜ ਬੋਲਦੇ ਹਾਂ। ਤੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਜੀ ਦੇ ਤਖਤ ਕੇਸਗੜ੍ਹ ਸਾਹਿਬ ਜੀ ਦੇ ਐਨ ਪਿਛਲੇ ਪਾਸੇ ਮਹਾਰਾਜ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ, ਉਹਨੂੰ ਸ਼ੀਸ਼ ਮਹਿਲ ਕਿਹਾ ਜਾਂਦਾ। ਲੇਕਿਨ ਇਹ 3 ਸਤਿਗੁਰੂ ਮਹਾਰਾਜ ਜੀ ਦੇ ਦੇਹੀ ਦਾ ਕਿਹਨੇ ਸੰਸਕਾਰ ਨਹੀਂ ਕਰਨਾ ਕੀਤਾ, ਇਹ ਮਹਾਰਾਜ ਜੀ ਨੇ ਚੋਜ ਵਰਤਾਇਆ। ਕਈ ਜਿਹੜੇ ਪਿਆਰਿਓ ਨਾਸਤਿਕ ਬਿਰਤੀ ਦੇ ਲੋਕ ਹੁਣ ਮਹਾਰਾਜ ਜੀ ਨੇ ਪਰਦਾ ਪਾ ਦਿੱਤਾ, ਬਸ ਸਾਨੂੰ ਵੀ ਇਹਦੇ ਉੱਤੇ ਨਤਮਸਤਕ ਹੋਣਾ ਚਾਹੀਦਾ ਕਿ ਸਤਿਗੁਰੂ ਮਹਾਰਾਜ ਜੀ ਦੀ ਗੁਰੂ ਹੀ ਜਾਣਦੇ ਹਨ। ਬਾਬੋ ਕੀ ਗਤ ਬਾਬੋ ਜਾਣੈ, ਸਤਿਗੁਰੂ ਮਹਾਰਾਜ ਜੀ ਦੀ ਗਤ ਤਾਂ ਮਹਾਰਾਜ ਜੀ ਜਾਣਦੇ। ਕਈ ਪਿਆਰਿਓ ਫਿਰ ਇਹਦੇ ਵਿੱਚੋਂ ਤਰਕ ਕੱਢ ਲੈਂਦੇ ਹਨ, ਆਪਣੀ ਦਲੀਲ ਪੇਸ਼ ਕਰਦੇ। ਕੋਈ ਕਹਿੰਦਾ ਜੀ ਹੋ ਸਕਦਾ ਮਹਾਰਾਜ ਜੀ ਦੇ ਨਾਲ ਇੰਜ ਹੋਇਆ ਹੋਵੇ, ਹੋ ਸਕਦਾ ਇੰਜ ਕੀਤਾ ਗਿਆ ਹੋਵੇ। ਨਹੀਂ ਪਿਆਰਿਓ, ਜਦੋਂ ਮਹਾਰਾਜ ਜੀ ਨੇ ਆਪ ਕਨਾਤ ਤਣ ਦਿੱਤੀ ਹੈ, ਸਾਨੂੰ ਕੋਈ ਅਧਿਕਾਰ ਨਹੀਂ ਹੈ। ਤੇ ਇਹੀ ਇਤਿਹਾਸ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਵਿੱਚ ਮੌਜੂਦ ਸਨ, ਅੰਮ੍ਰਿਤ ਸੰਚਾਰ ਜਦੋਂ ਕਰਾਉਣਾ ਸੀ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਪਿਆਰਿਓ ਇੱਕ ਚੋਜ ਵਰਤਾਇਆ। ਹਰ ਕੋਈ ਇਤਿਹਾਸਕਾਰ ਪਿਆਰਿਓ ਇਹ ਗੱਲ ਨੂੰ ਕੋਟ ਕਰਦਾ ਹੈ, ਨੋਟ ਕਰਦਾ। ਹਾਂ, ਕਈਆਂ ਨੇ ਕੁਛ ਕਿਹਾ, ਕਈਆਂ ਨੇ ਕੁਛ ਕਿਹਾ, ਲੇਕਿਨ ਇਤਿਹਾਸ ਜਦੋਂ ਆਉਂਦਾ ਨਾ 5 ਪਿਆਰਿਆਂ ਦੀ ਸਤਿਗੁਰੂ ਮਹਾਰਾਜ ਜੀ ਨੇ ਸਾਜਨਾ ਕੀਤੀ, ਖਾਲਸੇ ਪੰਥ ਨੂੰ ਜਦੋਂ ਸਾਜਿਆ, ਅੰਮ੍ਰਿਤ ਸੰਚਾਰ ਕਰਨਾ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਰੇ ਦੀਵਾਨ ਦੇ ਵਿੱਚ ਆਏ। ਹਰ ਕੋਈ ਇਤਿਹਾਸਕਾਰ ਇਹ ਮੰਨਦਾ ਤੇ ਉਸ ਤੋਂ ਬਾਅਦ ਉਹ ਸਾਰੇ ਚੁੱਪ ਹੋ ਜਾਂਦੇ ਹਨ। ਉਹ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਆਏ ਤੇ ਗਰਜਵੀਂ ਆਵਾਜ਼ ਦੇ ਵਿੱਚ ਮਹਾਰਾਜ ਜੀ ਨੇ ਕਿਹਾ, ਹੈ ਕੋਈ ਗੁਰੂ ਕਾ ਬੇਟਾ ਜੋ ਸੀਸ ਕਰੇ ਭੇਟਾ। ਅੱਜ ਗੁਰੂ ਘਰ ਨੂੰ ਸਿੱਖ ਦੇ ਸੀਸ ਦੀ ਲੋੜ ਹੈ ਭਾਈ ਕੋਈ ਗੁਰੂ ਕਾ ਬੇਟਾ ਜੋ ਆਪਣਾ ਸੀਸ ਭੇਟ ਕਰ ਦਵੇ। ਤੇ ਉਸ ਵੇਲੇ 5 ਪਿਆਰੇ ਜੋ ਹਨ, ਭਾਈ ਦਇਆ ਰਾਮ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ, ਭਾਈ ਮੋਹਕਮ ਰਾਜ ਤੇ ਭਾਈ ਸਾਹਿਬ ਚੰਦ, ਇਹ 5 ਪਿਆਰੇ ਜਿਹੜੇ ਹਨ ਵਾਰੀ ਵਾਰੀ ਆਏ। ਤੇ ਇਤਿਹਾਸਕਾਰ ਇਹੀ ਲਿਖਦੇ ਹਨ, ਸਤਿਗੁਰੂ ਮਹਾਰਾਜ ਜੀ ਦੇ ਹੱਥ ਦੇ ਵਿੱਚ ਨੰਗੀ ਸ੍ਰੀ ਸਾਹਿਬ ਹੈ। ਜਦੋਂ ਕੋਈ ਪਿਆਰਾ ਤਿਆਰ ਹੁੰਦਾ, ਸਤਿਗੁਰੂ ਮਹਾਰਾਜ ਉਹਨੂੰ ਅੰਦਰ ਲੈ ਕੇ ਜਾਂਦੇ ਹਨ। ਜਾ ਕਰਕੇ ਫਿਰ ਝਟਕਾਉਣ ਦੀ ਆਵਾਜ਼ ਆਉਂਦੀ ਹੈ, ਇਹ ਬਾਰ-ਬਾਰ ਬਸ ਅੰਦਰ ਲੈ ਕੇ ਜਾਂਦੇ। ਫਿਰ ਲਹੂ ਭਰੀ ਤਲਵਾਰ ਬਾਹਰ ਲੈ ਕੇ ਆਉਂਦੇ, ਉਹੀ ਤਲਵਾਰ ਲਿਸ਼ਕਾ ਕਰਕੇ ਕਹਿੰਦੇ, ਹੈ ਕੋਈ ਗੁਰੂ ਕਾ ਬੇਟਾ ਜੋ ਸੀਸ ਕਰੇ ਭੇਟਾ। ਇਸ ਤਰ੍ਹਾਂ ਮਹਾਰਾਜ ਜੀ ਨੇ 5 ਵਾਰੀ ਕਰਨਾ ਕੀਤਾ, 5 ਵਾਰੀ ਸਿੱਖਾਂ ਨੂੰ ਅੰਦਰ ਲੈ ਕੇ ਗਏ। ਲੇਕਿਨ ਅੰਦਰ ਦਾ ਕੋਈ ਇਤਿਹਾਸਕਾਰ ਜ਼ਿਕਰ ਨਹੀਂ ਕਰਦਾ। ਇਹੀ ਤਾਂ ਪਿਆਰਿਓ ਇਮਾਨਦਾਰੀ ਵਾਲੀ ਗੱਲ ਹੈ ਕਿ ਅੰਦਰ ਤਾਂ ਸਤਿਗੁਰੂ ਮਹਾਰਾਜ ਜੀ ਜਾਣਦੇ, ਜਾਂ ਜਿਨ੍ਹਾਂ ਦੇ ਨਾਲ ਭਾਣਾ ਵਰਤਿਆ 5 ਪਿਆਰੇ ਸਾਹਿਬਾਨ ਉਹੀ ਜਾਣਦੇ ਹਨ। ਬਾਕੀ ਆਪਾਂ ਜਿੰਨਾ ਮਰਜੀ, ਕੋਈ ਕਹਿੰਦਾ ਜੀ ਮਹਾਰਾਜ ਜੀ ਨੇ ਬੱਕਰੇ ਵੱਡੇ, ਕੋਈ ਕਹਿੰਦਾ ਜੀ ਸਤਿਗੁਰੂ ਮਹਾਰਾਜ ਜੀ ਨੇ ਸੀਸ ਜੁਦਾ ਕੀਤਾ। ਚਲੋ ਜੋ ਵੀ ਕੀਤਾ, ਇਹ ਤਾਂ ਸਤਿਗੁਰੂ ਮਹਾਰਾਜ ਜੀ ਦੀ ਲੀਲਾ ਹੈ, ਸਤਿਗੁਰੂ ਮਹਾਰਾਜ ਜੀ ਦਾ ਕੌਤਕ ਹੈ। ਲੇਕਿਨ ਮਹਾਰਾਜ ਜੀ ਨੇ ਜਦੋਂ ਪਰਦਾ ਪਾ ਦਿੱਤਾ, ਉਹਨੂੰ ਆਪਾਂ ਨੂੰ ਵੀ ਪਰਦੇ ਵਿੱਚ ਹੀ ਰੱਖਣਾ ਚਾਹੀਦਾ। ਬਾਹਰੋਂ ਹੀ ਨਮਸਕਾਰ ਕਰਨੀ ਚਾਹੀਦੀ ਹੈ ਕਿ ਅੰਦਰ ਜੋ ਭਾਣਾ ਵਰਤਿਆ ਮਹਾਰਾਜ, ਇਹ ਆਪ ਜੀ ਦੀ ਲੀਲਾ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਣ ਦੇ ਹੀ ਵਿਲੁਪਤ ਹੋ ਗਏ ਹਨ। ਉਸ ਤੋਂ ਬਾਅਦ ਫਿਰ ਕਿਉਂਕਿ ਪਿਆਰਿਓ ਇਹ ਅਸਥਾਨ ਪਾਕਿਸਤਾਨ ਦੇ ਵਿੱਚ ਚੱਲ ਗਿਆ, ਇਸ ਕਰਕੇ ਤੇ ਬਹੁਤਿਆਂ ਨੇ ਦੀ ਤਾਂ ਗੱਲ ਛੱਡ ਦਿਓ, ਤਕਰੀਬਨ ਸਾਰਿਆਂ ਨੇ ਪਿਆਰਿਓ ਆਪਾਂ ਨੇ ਦਰਸ਼ਨ ਹੀ ਨਹੀਂ ਕੀਤੇ। ਹੋ ਸਕਦਾ ਬਹੁਤ ਥੋੜੇ ਹੀ ਜਿਹੜੇ ਸਿੰਘ ਤੇ ਹੁਣ ਤਾਂ ਲਾਂਘਾ ਖੁੱਲ ਗਿਆ ਹੈ, ਲੇਕਿਨ ਲਾਂਘਾ ਵੀ ਜਦੋਂ ਖੁੱਲ ਗਿਆ ਉਸ ਤੋਂ ਬਾਅਦ ਫਿਰ ਇਹ ਲਾਕਡਾਊਨ ਲੱਗਿਆ, ਝਗੜਾ ਪੈ ਗਿਆ, ਉਹ ਵੀ ਹੁਣ ਤਕਰੀਬਨ ਬੰਦ ਹੀ ਹੈ।
ਫਿਰ ਜਦੋਂ ਕਹਿੰਦੇ ਉੱਥੇ ਆਪਾਂ ਜਾਂਦੇ ਹਾਂ ਤੇ ਸਤਿਗੁਰੂ ਮਹਾਰਾਜ ਜੀ ਦਾ ਜਿੱਥੇ ਸੰਸਕਾਰ ਕੀਤਾ ਗਿਆ ਉਹ ਵੀ ਅਸਥਾਨ ਮੌਜੂਦ ਹੈ। ਤੇ ਜਿੱਥੇ ਮਹਾਰਾਜ ਜੀ ਦੀ ਮੁਸਲਮਾਨਾਂ ਨੇ ਮਜ਼ਾਰ ਬਣਾਈ ਸੀ ਆਪਣੇ ਮਤ ਮੁਤਾਬਕ ਉਹ ਵੀ ਪਿਆਰਿਓ ਮੌਜੂਦ ਹੈ। ਤੇ ਕਹਿੰਦੇ ਹਿੰਦੂ ਆ ਕਰਕੇ ਜਿੱਥੇ ਮਹਾਰਾਜ ਜੀ ਦਾ ਅੰਤਮ ਅਸਥਾਨ ਮਹਾਰਾਜ ਜੀ ਦਾ ਪ੍ਰਕਾਸ਼ ਤੇ ਉੱਥੇ ਆ ਕਰਕੇ ਸਿਜਦਾ ਕਰਦੇ ਹਨ। ਤੇ ਮੁਸਲਮਾਨ ਜਿੱਥੇ ਉਹਨਾਂ ਨੇ ਮਜ਼ਾਰ ਬਣਾਉਣੀ ਕੀਤੀ ਉਹ ਅਸਥਾਨ ਤੇ ਆ ਕਰਕੇ ਉਹ ਸਿਜਦਾ ਕਰਦੇ ਨਤਮਸਤਕ ਹੁੰਦੇ। ਦੇਖੋ ਕਿਹੋ ਜਿਹਾ ਨਜ਼ਾਰਾ ਹੈ। ਉੱਥੇ ਅੱਜ ਵੀ ਹਿੰਦੂ ਵੀ ਜਾਂਦੇ ਹਨ, ਮੁਸਲਮਾਨ ਵੀ ਜਾਂਦੇ, ਗੁਰੂ ਕੇ ਸਿੱਖ ਵੀ ਜਾਂਦੇ, ਆਪਣੇ ਮਤ ਮੁਤਾਬਕ ਉਹ ਸਤਿਗੁਰੂ ਮਹਾਰਾਜ ਜੀ ਨੂੰ ਮੰਨਦੇ ਹਨ। ਸਤਿਗੁਰੂ ਮਹਾਰਾਜ ਸੱਚਖੰਡ ਨੂੰ ਪਿਆਨਾ ਕਰ ਗਏ। ਇਹਦੇ ਨਾਲ ਹੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਜੋ ਪਿਆਰਿਓ ਇਹ ਇਤਿਹਾਸ ਨਾਨਕ ਪ੍ਰਕਾਸ਼ ਉਹਨਾਂ ਨੇ ਪਹਿਲੇ ਇਹ ਇਤਿਹਾਸ ਲਿਖਣਾ ਕੀਤਾ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਆਇਆ ਹੈ। ਜੇ ਆਪਾਂ ਵੇਖਦੇ ਹਾਂ ਪਿਆਰਿਓ 3 ਪੋਥੀਆਂ ਹਨ। ਪਹਿਲੀ ਪੋਥੀ ਦੇ ਵਿੱਚ ਤਾਂ ਪ੍ਰਸਤਾਵਨਾ ਦਿੱਤੀ ਗਈ ਹੈ, ਭਾਈ ਡਾਕਟਰ ਭਾਈ ਵੀਰ ਸਿੰਘ ਜੀ ਨੇ ਪੂਰਾ ਵੇਰਵਾ ਦਿੱਤਾ। ਜੇ ਆਪਾਂ ਪੋਥੀਆਂ ਦੀ ਗੱਲ ਕਰਦੇ ਹਾਂ ਦੂਜੀ ਤੀਜੀ ਤੇ ਚੌਥੀ ਪੋਥੀ ਇਹ 4 ਪੋਥੀਆਂ ਦੇ ਵਿੱਚ ਇਹ ਤਕਰੀਬਨ 3 ਪੋਥੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਉਹਨਾਂ ਨੇ ਵਰਣਨ ਕਰਨਾ ਕੀਤਾ। ਸ਼ੁਰੂਆਤ ਦੇ ਵਿੱਚ ਮੰਗਲਾਚਰਨ ਵੀ ਉਚਾਰਨ ਕੀਤੇ, ਬਹੁਤ ਜ਼ਿਆਦਾ ਮੰਗਲ ਆਏ ਸਤਿਗੁਰੂ ਮਹਾਰਾਜ ਜੀ ਦਾ, ਅਕਾਲ ਪੁਰਖ ਦਾ, ਤੇ ਫਿਰ ਇਸ਼ਟ ਦੇਵਤੇ ਦਾ, ਕਈਆਂ ਦੇ ਮੰਗਲ ਉਹਨਾਂ ਨੇ ਕਰਨੇ ਕੀਤੇ। ਫਿਰ ਨਾਨਕ ਪ੍ਰਕਾਸ਼ ਦੀ ਕਥਾ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੀ ਉਹਦੀ ਆਰੰਭਤਾ ਵੀ ਪਿਆਰਿਓ ਬੜੇ ਕਮਾਲ ਦੇ ਤਰੀਕੇ ਦੇ ਨਾਲ ਹੁੰਦੀ ਹੈ। ਇਤਿਹਾਸ ਦੀ ਕਥਾ ਆਰੰਭ ਹੁੰਦੀ ਹੈ ਭਾਈ ਬਾਲੇ ਤੋਂ। ਭਾਈ ਬਾਲਾ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਖਡੂਰ ਸਾਹਿਬ ਦੀ ਧਰਤੀ ਤੇ। ਉੱਥੇ ਆ ਕਰਕੇ ਦਰਸ਼ਨ ਕਰਦੇ ਤੇ ਫਿਰ ਉੱਚੀ ਕੁਲਹਾ ਸੀਸ ਪਰ ਧਾਰੀ, ਉੱਚੀ ਦਸਤਾਰ ਸਜਾਈ ਹੋਈ ਹੈ ਤੇ ਭਾਈ ਬਾਲੇ ਦਾ ਦਾੜਾ ਵੀ ਬੜਾ ਲੰਬਾ ਸੀ, ਐਨ ਚਿੱਟਾ ਦੁੱਧ ਵਰਗਾ ਦਾੜਾ ਸੀ ਉਹਨਾਂ ਦਾ, ਲੰਬਾ ਜਿਹਾ ਚੋਲਾ ਪਾਇਆ ਹੋਇਆ। ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ, ਮੱਥਾ ਟੇਕਿਆ ਤੇ ਮਹਾਰਾਜ ਜੀ ਨੇ ਕਿਹਾ ਕਿ ਉਹਨਾਂ ਦਾ ਨੂਰ ਵੇਖ ਕਰਕੇ, ਕਿਉਂਕਿ ਉਸ ਤੋਂ ਪਹਿਲਾਂ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨਹੀਂ ਕੀਤੇ ਤੇ ਨਾ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲੇ ਦੇ ਦਰਸ਼ਨ ਕੀਤੇ, ਉਹਨਾਂ ਨੂੰ ਮਿਲਣਾ ਕੀਤਾ। ਨਾਮ ਪਿਆਰਿਓ ਦੋਵੇਂ ਨਾਮ ਕਰਕੇ ਇੱਕ ਦੂਜੇ ਨੂੰ ਪਹਿਚਾਣਦੇ ਸਨ। ਸ਼੍ਰੀ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਕਿਹਾ, ਭਾਈ ਬਾਲਾ ਕਰਕੇ ਇੱਕ ਸੇਵਕ ਰਹਿੰਦਾ ਸੀ ਸਤਿਗੁਰੂ ਮਹਾਰਾਜ ਜੀ ਦੇ ਕੋਲ, ਬਹੁਤ ਲੰਬਾ ਸਮਾਂ ਉਹ ਮਹਾਰਾਜ ਜੀ ਦੇ ਨਾਲ ਉਹਨੇ ਸਮਾਂ ਬਤੀਤ ਕਰਨਾ ਕੀਤਾ। ਮਹਾਰਾਜ ਜੀ ਦਾ ਬਚਪਨ ਦਾ ਸਾਥੀ ਹੈ ਤੇ ਨਾਲ ਭਾਈ ਜਿਹੜਾ ਹੈ ਮਰਦਾਨਾ ਉਹ ਤਾਂ ਚਲਾਣਾ ਕਰ ਗਿਆ, ਮਹਾਰਾਜ ਜੀ ਦੇ ਰਹਿੰਦਿਆਂ ਹੀ ਪਿਆਰਿਓ ਉਹ ਚਲਾਣਾ ਕਰ ਗਏ। ਲੇਕਿਨ ਭਾਈ ਬਾਲਾ ਹੈ ਕਿ ਨਹੀਂ ਉਹਦਾ ਵੀ ਕੋਈ ਪਤਾ ਨਹੀਂ ਸੀ ਇਹਨਾਂ ਨੂੰ। ਤੇ ਜਦੋਂ ਭਾਈ ਬਾਲਾ ਜੀ ਆਉਂਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ, ਪੁਰਖਾ ਮਹਾਂਪੁਰਖੋ ਦੱਸੋ ਤੁਹਾਡਾ ਕੌਣ ਗੁਰੂ ਪੀਰ ਹੈ? ਉਹਨਾਂ ਨੇ ਜਦੋਂ ਬਚਨ ਕੀਤਾ ਕਿ ਭਾਈ ਮੇਰਾ ਗੁਰੂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਵੇਖ ਕਰਕੇ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਜੀ ਦੇ ਹੱਥ ਜੁੜ ਗਏ ਤੇ ਕਹਿੰਦੇ ਕਿ ਭਾਈ ਫਿਰ ਤਾਂ ਆਪਾਂ ਗੁਰਭਾਈ ਹੋਏ ਹਾਂ। ਬੜਾ ਸਤਿਕਾਰ ਕੀਤਾ, ਕਿਹਾ ਆਪ ਜੀ ਲਾਗੇ ਬਹਿ ਜਾਓ, ਬਿਠਾਇਆ। ਫਿਰ ਜਦੋਂ ਪੁੱਛਿਆ ਨਾਮ ਕੀ ਹੈ ਤੁਹਾਡਾ, ਉਹਨਾਂ ਨੇ ਉਚਾਰਨ ਕੀਤਾ ਮੇਰਾ ਨਾਮ ਭਾਈ ਬਾਲਾ, ਭਾਈ ਬਾਲਾ ਸੰਧੂ ਮੇਰਾ ਨਾਮ ਹੈ। ਉਸੇ ਵੇਲੇ ਸੁਣ ਕਰਕੇ ਕੰਨ ਖੜ ਗਏ, ਰੋਮ ਝਰਨਟੇ ਖਿੜ ਗਏ ਹਨ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਜੀ ਦੇ, ਤੇ ਉਹਨਾਂ ਨੇ ਮਹਾਰਾਜ ਮੈਂ ਉਹੀ ਹਾਂ। ਫਿਰ ਪਿਆਰਿਓ ਉਹਨਾਂ ਨੂੰ ਕਿਹਾ, ਬੇਨਤੀ ਕੀਤੀ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰਾ ਭਾਈ ਗੁਰੂ ਕਾ ਪਿਆਰਾ ਹੈ, ਆ ਕਰਕੇ ਮੈਨੂੰ ਮਿਲ। ਸਤਿਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਤੂੰ ਸਰਵਣ ਕਰਾਉਣਾ ਕਰ। ਆਪਾਂ ਪਿਆਰਿਓ ਜਦੋਂ ਜਾਂਦੇ ਆ ਵਿਸ਼ੇਸ਼ ਕਰਕੇ ਪਿਆਰਿਓ ਘੱਟ ਤੋਂ ਘੱਟ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਬਹੁਤ ਵਧੀਆ ਸਾਧਨ ਹੋ ਗਏ, ਕੋਈ ਪਿਆਰਿਓ ਲੋੜ ਨਹੀਂ ਹੈ ਜ਼ਿਆਦਾ ਮਿਹਨਤ ਕਰਨ ਦੀ। ਅੱਜ ਕੱਲ੍ਹ ਤਾਂ ਮੋਟਰ ਗੱਡੀਆਂ ਹੋ ਗਈਆਂ। ਆਪਾਂ ਉਂਝ ਹੀ ਕਈ ਵਾਰੀ ਕੀ ਹੁੰਦਾ ਸਾਲ ਦੇ ਵਿੱਚ ਟੂਰ ਕੱਢਦੇ ਆ, ਕੋਈ ਉੱਥੇ ਚੱਲ ਜਾਂਦਾ ਜੀ, ਕੋਈ ਉੱਥੇ ਚੱਲ ਜਾਂਦਾ। ਉੱਥੇ ਗੰਦ ਮੰਦ ਹੀ ਆਪਾਂ ਨੇ ਪਕਾਉਣਾ ਹੈ,
ਲੇਕਿਨ ਪਿਆਰਿਓ ਕਈ ਵਾਰੀ ਚਲੋ ਠੀਕ ਹੈ, ਇੱਕ ਤਾਂ ਲੰਬਾ ਲੌਂਗ ਟੂਰ ਵੀ ਹੋ ਜਾਵੇਗਾ ਤੇ ਨਾਲ ਇਹ ਸਾਰੇ ਅਸਥਾਨਾਂ ਦੀ ਯਾਤਰਾ ਵੀ ਹੋ ਜਾਵੇਗੀ। ਘੱਟ ਤੋਂ ਘੱਟ ਪਿਆਰਿਓ ਇੱਕ ਵਾਰੀ ਤਾਂ ਜ਼ਰੂਰ ਜਿੰਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਮਸ਼ਹੂਰ ਇਤਿਹਾਸਿਕ ਅਸਥਾਨ ਹਨ, ਇਤਿਹਾਸਕ ਜਿਹਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ, ਤੇ ਉਹਨਾਂ ਅਸਥਾਨਾਂ ਤੇ ਪਿਆਰਿਓ ਜਾ ਕਰਕੇ ਦਰਸ਼ਨ ਕਰਨਾ ਚਾਹੀਦਾ। ਆਪਾਂ ਜਦੋਂ ਜਾ ਕਰਕੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੇ ਆ ਤਾਂ ਪਿਆਰਿਓ ਉੱਥੋਂ ਦਾ ਇਤਿਹਾਸ ਪਤਾ ਲੱਗਦਾ। ਹਾਂ ਭਾਈ, ਇਹ ਸੁਣੀ ਸੁਣਾਈ ਗੱਲ ਜਿਹੜੀ ਹੈ ਇਹ ਜ਼ਿਆਦਾ ਚਿਰ ਨਹੀਂ ਰਹਿੰਦੀ, ਲੇਕਿਨ ਜਦੋਂ ਆਪਾਂ ਜਾ ਕਰਕੇ ਉੱਥੇ ਦਰਸ਼ਨ ਕਰਦੇ ਆ ਫਿਰ ਉਹ ਚੀਜ਼ ਨੂੰ ਪੜ੍ਹਦੇ ਜਾਂ ਪਹਿਲਾਂ ਪੜ੍ਹ ਕੇ ਜਾਣਦੇ, ਆਪਾਂ ਉੱਥੇ ਪਹੁੰਚਦੇ ਉਹ ਸਾਰੀ ਰੀਲ ਆ ਜਾਂਦੀ ਹੈ ਸਾਹਮਣੇ, ਪਤਾ ਚੱਲ ਜਾਂਦਾ, ਉਹ ਫਿਲਮ ਆ ਜਾਂਦੀ ਕਿ ਭਾਈ ਇਹ ਉਹੀ ਅਸਥਾਨ ਹੈ, ਇੱਥੇ ਇਹ ਭਾਣਾ ਵਰਤਿਆ, ਇੱਥੇ ਮਹਾਰਾਜ ਜੀ ਨੇ ਉਹ ਕੌਤਕ ਕਰਨਾ ਕੀਤਾ। ਇਸ ਕਰਕੇ ਪਿਆਰਿਓ ਤੇ ਇੰਜ ਤਾਂ ਕਰਨਾ ਚਾਹੀਦਾ, ਜਿੰਨੇ ਵਾਰੀ ਜਾਓ ਬਹੁਤ ਵਧੀਆ ਸਾਰੇ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੀਦਾ, ਕਿਉਂਕਿ ਜ਼ਿਆਦਾ ਹੀ ਪਿਆਰਿਓ ਕੋਈ ਖੇਚਲ ਕਰਨ ਦੀ ਲੋੜ ਵੀ ਨਹੀਂ ਹੈ। ਮੋਟਰ ਗੱਡੀ ਦੇ ਵਿੱਚ ਚੱਲ ਜਾਓ ਤੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਅਸਥਾਨਾਂ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਅੱਜ ਤਾਂ ਇੰਨਾ ਸਾਧਨ ਰਹਿ ਕਰਕੇ ਵੀ ਆਪਾਂ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਆ, ਲੇਕਿਨ ਕਦੇ ਅਨੁਮਾਨ ਲਾਓ ਉਹਨਾਂ ਜ਼ਮਾਨਿਆਂ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਬੈਲ ਗੱਡੀਆਂ ਦੇ ਉੱਤੇ ਪੈਦਲ ਹੋ ਕਰਕੇ, ਘੋੜ ਸਵਾਰੀ ਕਰਕੇ ਅਸਥਾਨਾਂ ਦੇ ਤੀਰਥਾਂ ਦੇ ਦਰਸ਼ਨ ਕਰਦੇ ਸੀ। ਲੇਕਿਨ ਅੱਜ ਤਾਂ ਸਾਨੂੰ ਬਹੁਤ ਸੁਖੈਨ ਹੋ ਗਿਆ, ਥਾਂ ਥਾਂ ਤੇ ਲੰਗਰ ਹੈ, ਮੋਟਰ ਗੱਡੀਆਂ ਦਾ ਵੀ ਪ੍ਰਬੰਧ ਹੈ ਤੇ ਦਰਸ਼ਨ ਕਰਨੇ ਚਾਹੀਦੇ ਕਹਿਣ ਦਾ ਪਾਓ। ਤੇ ਜਦੋਂ ਆਪਾਂ ਜਾਂਦੇ ਆ ਖਡੂਰ ਸਾਹਿਬ, ਉੱਥੇ ਅਸਥਾਨ ਹੈ ਗੁਰਦੁਆਰਾ ਤਪਿਆਣਾ ਸਾਹਿਬ, ਤੇ ਉੱਥੇ ਤਪਿਆਣਾ ਸਾਹਿਬ ਬੈਠ ਕਰਕੇ ਭਾਈ ਬਾਲੇ ਨੇ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਦਾ ਉਚਾਰਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਦੀਆਂ ਸਾਖੀਆਂ ਉਹਨੇ ਸਰਵਣ ਕਰਾਈਆਂ ਤੇ ਗੁਰ ਅੰਗਦ ਦੇਵ ਜੀ ਮਹਾਰਾਜ ਤੇ ਨਾਲ ਭਾਈ ਬੁੱਢਾ ਜੀ ਔਰ ਜਿਹੜੇ ਭਾਈ ਬੱਲੂ ਜੀ ਆਦਿਕ ਔਰ ਵੀ ਜਿਹੜੇ ਗੁਰੂ ਕੇ ਪਿਆਰੇ ਤੇ ਗੁਰੂ ਕੇ ਸਿੱਖ ਤੀਜੇ ਪਾਤਸ਼ਾਹ ਜਦੋਂ ਸੇਵਕ ਦੇ ਤੌਰ ਤੇ ਸਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੇ ਵੀ ਪਿਆਰਿਓ ਆ ਸਾਰੀ ਕਥਾ ਨੂੰ ਸਰਵਣ ਕਰਨਾ ਕੀਤਾ। ਤੇ ਨਾਲ ਭਾਈ ਪੈੜਾ ਤੇ ਮੁਖਾ, ਭਾਈ ਪੈੜਾ ਇਹਨਾਂ ਨੂੰ ਲਾਇਆ ਗਿਆ ਕਿ ਜੋ ਭਾਈ ਬਾਲਾ ਕਥਾ ਉਚਾਰਨ ਕਰੇਗਾ ਉਹ ਕਥਾ ਨੂੰ ਤੁਸੀਂ ਉਸੇ ਵੇਲੇ ਕਲਮ ਬੰਦ ਕਰ ਦੇਣਾ। ਉਹ ਲਿਖਦਾ ਰਹਿੰਦਾ। ਇਤਿਹਾਸ ਦੇ ਵਿੱਚ ਪਿਆਰਿਓ ਇਹ ਵੀ ਬਚਨ ਆਉਂਦਾ, ਕਥਾ ਸੁਣਦੇ ਸੁਣਦੇ 3-4 ਵਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸਮਾਧੀ ਲੱਗ ਗਈ ਸੀ। ਇੱਕ ਵਾਰੀ ਤਾਂ ਸਤਿਗੁਰੂ ਮਹਾਰਾਜ ਜੀ ਦੀ ਸਮਾਧੀ ਲੱਗ ਗਈ। ਸਤਿਗੁਰੂ ਮਹਾਰਾਜ 3 ਦਿਨ ਸਮਾਧੀ ਦੇ ਵਿੱਚ ਰਹੇ। 3 ਦਿਨ ਜਦੋਂ ਭਾਈ ਬਾਲਾ ਜੀ ਕਥਾ ਸਰਵਣ ਕਰਾਉਂਦੇ ਸਨ, ਇੰਨੇ ਮਸਤ ਹੋ ਗਏ, ਸੁਰਤ ਜਿਹੜੀ ਹੈ ਰੱਬ ਦੇ ਨਾਲ ਜੁੜ ਗਈ ਤੇ ਚੇਤਨ ਸ਼ਕਤੀ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਜੁੜ ਗਈ ਹੈ ਤੇ ਸਰੀਰ ਜਿਹੜਾ ਹੈ ਉਹ ਉਸ ਤਰ੍ਹਾਂ ਹੀ ਜੜ ਦਾ ਜੜ ਰਹਿ ਗਿਆ। ਉਸ ਤਰ੍ਹਾਂ ਹੀ ਬੈਠੇ ਹੋਏ ਹਨ ਤੇ ਸੁਣਦੇ ਸੁਣਦੇ 3 ਦਿਨ ਭਾਈ ਬਾਲੇ ਨੇ ਵੀ, ਉਹ ਵੀ ਥੱਕ ਗਏ, ਸੰਗਤਾਂ ਵੀ ਥੱਕ ਗਈਆਂ। ਵੇਖਿਆ ਕਿ ਭਾਈ ਸਤਿਗੁਰਾਂ ਦੀ ਸਮਾਧੀ ਲੱਗ ਗਈ ਹੈ। ਸੰਗਤਾਂ ਫਿਰ ਸਾਰੇ ਉੱਥੋਂ ਨਿਕਲ ਗਏ ਕਿ ਉਸ ਵੇਲੇ ਆਪਾਂ ਨੇ ਮਹਾਰਾਜ ਜੀ ਨੂੰ ਮਿਲਣਾ, ਦਰਸ਼ਨ ਕਰਨਾ, ਬਚਨ ਬਿਲਾਸ ਕਰਨਾ। ਚੁੱਪ-ਚਾਪ ਚੱਲ ਗਏ। ਹਰ 2-3 ਘੰਟੇ ਦੇ ਬਾਅਦ ਸੇਵਕ ਆ ਕਰਕੇ ਵੇਖਦਾ ਕਿ ਮਹਾਰਾਜ ਜੀ ਦੀ ਸਮਾਧੀ ਖੁੱਲੀ ਕਿ ਨਹੀਂ ਖੁੱਲੀ। ਸਤਿਗੁਰੂ ਮਹਾਰਾਜ ਜੀ ਨੂੰ ਲੰਬੇ ਪਾ ਦਿੱਤਾ ਗਿਆ। 3 ਦਿਨ ਸਤਿਗੁਰੂ ਮਹਾਰਾਜ ਸਮਾਧੀ ਦੇ ਵਿੱਚ ਹੀ ਰਹੇ ਹਨ। ਸਰੀਰ ਦੇ ਵਿੱਚ ਪਿਆਰਿਓ ਕੋਈ ਹਲਚਲ ਨਹੀਂ ਹੈ, ਕੋਈ ਕਿਰਿਆ ਨਹੀਂ ਹੋਈ ਹੈ, ਨਾ ਛਕਣ ਦੀ, ਛਕਾਉਣ ਦੀ, ਨਾ ਮਲ ਮੂਤਰ ਦੀ, ਇਸ਼ਨਾਨ ਦੀ ਵੀ ਕੋਈ ਕਿਰਿਆ ਨਹੀਂ ਹੋਈ। 3 ਦਿਨ ਲਗਾਤਾਰ ਹਰ ਘੰਟਾ 2 ਘੰਟੇ ਬਾਅਦ ਸੇਵਕ ਆ ਕਰਕੇ ਵੇਖਦਾ, ਨਾਲ ਹੱਥ ਵੀ ਵੇਖਦੇ ਹਨ, ਨਾੜੀਆਂ ਵੀ ਚੱਲਦੀਆਂ ਹਨ। ਤੇ ਜਿਹੜੇ ਅਭਿਆਸੀ ਸਨ ਉਹਨਾਂ ਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਗਹਿਨ ਸਮਾਧੀ ਦੇ ਵਿੱਚ ਹਨ। ਫਿਰ ਬਾਅਦ ਦੇ ਵਿੱਚ 2-3 ਦਿਨ ਬਾਅਦ ਜਾ ਕਰਕੇ ਸਮਾਧੀ ਖੁੱਲੀ। ਆਪ ਸਤਿਗੁਰੂ ਮਹਾਰਾਜ ਉੱਠੇ ਤੇ ਸਹੁੰਚੇ ਜਾ ਕਰਕੇ ਇਸ਼ਨਾਨ ਪਾਨ ਕਰਕੇ ਪ੍ਰਸ਼ਾਦਾ ਛਕਿਆ। ਫਿਰ ਕਹਿੰਦੇ ਭਾਈ ਬਾਲੇ ਨੂੰ ਬੁਲਾਓ, ਅਸਾਂ ਨੇ ਕਥਾ ਨੂੰ ਸਰਵਣ ਕਰਨਾ। 3-4 ਵਾਰੀ ਪਿਆਰਿਓ ਇਤਿਹਾਸ ਦੇ ਵਿੱਚ ਨਾਨਕ ਪ੍ਰਕਾਸ਼ ਦੇ ਵਿੱਚ ਇਹ ਬਚਨ ਆਇਆ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਸਮਾਧੀ ਦੇ ਵਿੱਚ ਲਿਵਲੀਨ ਹੋ ਜਾਂਦੇ ਸਨ। ਇਹਨਾਂ ਕਥਾ ਦੇ ਵਿੱਚ ਰਸ ਆਉਂਦਾ ਸੀ, ਕਥਾ ਦੇ ਵਿੱਚ ਨਿਮਗਨ ਹੋ ਜਾਂਦੇ ਸਨ।
ਇਹ ਸਾਰੀ ਕਥਾ ਭਾਈ ਬਾਲੇ ਨੇ ਉਚਾਰਨ ਕੀਤੀ। ਉਹਦਾ ਨਾਮ ਸੀ ਭਾਈ ਬਾਲੇ ਵਾਲੀ ਜਨਮ ਸਾਖੀ। ਅੱਜ ਵੀ ਪਿਆਰਿਓ ਗ੍ਰੰਥ ਮਿਲ ਜਾਂਦੇ ਹਨ ਤੇ ਅੱਜ ਤਾਂ ਫਿਰ ਉਹਦਾ ਉਲੱਥਾ ਕਰਵਾ ਲਿਆ ਗਿਆ। ਪਹਿਲੇ ਮੂਲ ਦੇ ਵਿੱਚ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਮੂਲ ਆਧਾਰ ਬਣਾ ਕਰਕੇ, ਕਿਉਂਕਿ ਭਾਈ ਬਾਲੇ ਵਾਲੀ ਜਨਮ ਸਾਖੀ ਤਾਂ ਮਹਾਰਾਜ ਜੀ ਦੇ ਵੇਲੇ ਲਿਖੀ ਗਈ ਸੀ, ਉਹਨਾਂ ਤੋਂ ਤਕਰੀਬਨ 300 ਸਾਲ 350 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਭਾਈ ਬਾਲੇ ਵਾਲੀ ਜਨਮ ਸਾਖੀ ਔਰ ਵੀ ਜਿਹੜੀਆਂ ਪਿਆਰਿਓ ਸਾਖੀਆਂ ਹਨ, ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਹਨ ਤੇ ਔਰ ਪੱਠ ਵਈਆਂ ਜਿਹੜੀਆਂ ਹਨ, ਭਾਈ ਮਨੀ ਸਿੰਘ ਸਾਹਿਬ ਜੀ ਵਾਲੀ ਜਨਮ ਸਾਖੀ ਇਤਿਆਦਿਕ, ਇਹ ਇਤਿਹਾਸਿਕ ਸਰੋਤ ਜਿਹੜੇ ਸਨ, ਗ੍ਰੰਥ ਜਿਹੜੇ, ਉਹਨੂੰ ਪੜ੍ਹ ਕਰਕੇ ਤੇ ਕੱਲ ਦੇ ਦੀਵਾਨ ਦੇ ਵਿੱਚ ਆਪ ਸਰਵਣ ਕਰਨਾ ਕੀਤਾ ਸੀ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਫਿਰ ਸਭ ਤੋਂ ਪਹਿਲੇ ਰਾਜਾ ਉਦੈ ਸਿੰਘ ਜੀ ਜੋ ਬੂੜੀਆਂ ਦੇ ਇੱਥੇ ਹਰਿਆਣਾ ਦੇ ਪਿਆਰਿਓ ਉਹ ਰਿਆਸਤਦਾਨ ਸਨ, ਰਾਜੇ ਸਨ, ਉਹ ਬਹੁਤ ਵੱਡੇ ਸ਼ਰਧਾਲੂ ਸਨ ਤੇ ਉਹਨਾਂ ਨੇ ਰਾਜ ਕਵੀ ਦਾ ਦਰਜਾ ਜਿਹੜਾ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਦਿੱਤਾ ਤੇ ਆਪਣੇ ਕੋਲ ਵਿਦਵਾਨ ਜਾਣ ਕਰਕੇ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਵਿਦਵਾਨਾਂ ਦੀ ਬਹੁਤ ਜ਼ਿਆਦਾ ਕਦਰ ਹੁੰਦੀ ਸੀ। ਲੋਕੀ ਇਹੋ ਜਿਹੇ ਵਿਦਵਾਨ ਮਹਾਂਪੁਰਖਾਂ ਦੀ ਕਦਰ ਕਰਦੇ ਸਨ, ਈਰਖਾ ਬਖੀਲੀ ਨਹੀਂ ਕਰਿਆ ਕਰਦੇ। ਉਹਨਾਂ ਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਰੱਖਿਆ ਗਿਆ, ਪੂਰਾ ਉਹਨਾਂ ਦਾ ਸੁੱਖ ਸੁਵਿਧਾ ਦਾ ਉਹਨਾਂ ਨੇ ਪ੍ਰਬੰਧ ਕਰਨਾ ਕੀਤਾ। ਫਿਰ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਭਾਈ ਸੰਤੋਖ ਸਿੰਘ ਸਾਹਿਬ ਜੀ ਕਿਰਪਾ ਕਰੋ ਇਹ ਇਤਿਹਾਸ ਲਿਖੋ। ਫਿਰ ਸਭ ਤੋਂ ਪਹਿਲੇ ਉਹਨਾਂ ਨੇ ਫਿਰ ਕੀ ਕਰਨਾ ਕੀਤਾ, ਜਿੰਨਾ ਵਾਪਿਆ ਸਤਿਗੁਰੂ ਮਹਾਰਾਜ ਜੀ ਦੇ ਜੋ ਇਤਿਹਾਸਕ ਅਸਥਾਨ ਹਨ ਉਹਦੇ ਦਰਸ਼ਨ ਕਰਨ ਵਾਸਤੇ ਫੇਰੀ ਕਰਨੀ ਕੀਤੀ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਇਤਿਹਾਸਕ ਅਸਥਾਨਾਂ ਤੇ ਜਾ ਕਰਕੇ, ਕਿਉਂਕਿ ਕੱਲ ਦੇ ਦੀਵਾਨ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਸੀ, ਕਥਾ ਦਾ ਭੋਗ ਵੀ ਪਾਉਣਾ ਸੀ ਆਪਾਂ ਨੇ, ਉਹਨਾਂ ਅਸਥਾਨਾਂ ਤੇ ਜਾ ਕਰਕੇ ਲੋਕਲ ਜਿਹੜੇ ਲੋਕ ਹਨ ਉਹਨਾਂ ਨੂੰ ਇਤਿਹਾਸ ਪੁੱਛਿਆ, ਉਹ ਅਸਥਾਨ ਵੇਖਿਆ। ਤਾਂ ਕਰਕੇ ਪਿਆਰਿਓ ਕਈ ਵਾਰੀ ਆਪ ਨੂੰ ਯਾਦ ਹੋਵੇਗਾ, ਜਿਹੜੇ ਨਿੱਤ ਦੇ ਨੇਮੀ ਪ੍ਰੇਮੀ ਹਨ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਅਸਥਾਨਾਂ ਦੇ ਦਰਸ਼ਨ ਉਹਨਾਂ ਨੇ ਕਰਨੇ ਕੀਤੇ, ਉਹ ਆਪ ਕਹਿ ਦਿੰਦੇ ਸਨ ਕਿ ਭਾਈ ਮੈਂ ਵੀ ਜਦੋਂ ਗਿਆ ਸੀ ਨਾ ਦਰਸ਼ਨ ਕਰਨ ਵਾਸਤੇ, ਉਹ ਅਸਥਾਨ ਹਾਲੇ ਵੀ ਮੌਜੂਦ ਹੈ, ਉਹ ਦਰਖਤ ਮੌਜੂਦ ਹੈ, ਉਹ ਪੀੜੀ ਉਹ ਵੰਸ਼ ਜਿਹੜੀ ਹੈ ਜਿਹਨੂੰ ਮਹਾਰਾਜ ਜੀ ਨੇ ਵਰੋਸਾਇਆ ਉਹ ਵੀ ਅੱਜ ਮੌਜੂਦ ਹੈ। ਉਹਨਾਂ ਨੇ ਪੂਰਾ ਪਿਆਰਿਓ ਖੁਲਾਸਾ ਕਰਨਾ ਕੀਤਾ। ਇੰਜ ਨਾਨਕ ਪ੍ਰਕਾਸ਼ ਗ੍ਰੰਥ ਉਹਨਾਂ ਨੇ ਬੂੜੀਆਂ ਜੋ ਪਿੰਡ ਹੈ ਤੇ ਇਹ ਹਰਿਆਣਾ ਦੇ ਵਿੱਚ ਹੈ, ਜਮਨਾ ਦੇ ਕੰਢੇ ਬੈਠ ਕਰਕੇ, ਕਿਉਂਕਿ ਇਹ ਜਿਹੜੇ ਕਵੀ ਹੁੰਦੇ ਹਨ, ਫਿਲਾਸਫਰ ਹੁੰਦੇ, ਵਿਚਾਰਵਾਨ ਹੁੰਦੇ, ਜ਼ਿਆਦਾਤਰ ਬਹੁਤ ਜ਼ਿਆਦਾ ਲਗਾਵ ਹੁੰਦਾ, ਬੜਾ ਪਿਆਰ ਹੁੰਦਾ, ਕਿਉਂਕਿ ਇਨਸਾਨ ਨੇ ਤਾਂ ਅੱਜ ਤਾਂ ਪ੍ਰਕਿਰਤੀ ਨੂੰ ਕਿਤੇ ਵੀ ਨਹੀਂ ਛੱਡਿਆ। ਆਪਾਂ ਨੇ ਸਿਰਫ ਇਹ ਕੰਕਰੀਟ ਦਾ ਜੰਗਲ ਬਣਾ ਕਰਕੇ ਰੱਖ ਦਿੱਤਾ, ਬਸ ਉਹਦੇ ਵਿੱਚ ਹੀ ਚਾਰ ਦੁਆਲੇ ਆਪਾਂ ਘੁੰਮਦੇ ਰਹਿੰਦੇ ਆ। ਕੁਛ ਪਿਆਰਿਓ ਆਪਾਂ ਨੂੰ ਪ੍ਰਕਿਰਤੀ ਦਾ ਪਤਾ ਹੀ ਨਹੀਂ ਹੁੰਦਾ, ਸੂਰਜ ਕਦੋਂ ਚੜ ਗਿਆ, ਕਦੇ ਇਹ ਹੋ ਗਿਆ। ਹੁਣ ਤਾਂ ਘਰਾਂ ਦੇ ਵਿੱਚ ਮੋਬਾਈਲ ਆ ਗਏ, ਟੀਵੀਆਂ ਲੱਗ ਗਈਆਂ, ਬੰਦਾ ਆਪਣੇ ਕੰਮ ਦੇ ਵਿੱਚ ਹੀ ਦੌੜੀ ਜਾਂਦਾ, ਭੱਜੀ ਜਾਂਦਾ। ਕਦੇ ਪਿਆਰਿਓ ਸਮਾਂ ਕੱਢ ਕਰਕੇ ਇਕਾਂਤ ਦੇ ਵਿੱਚ ਦਿਹਾਤੀ ਇਲਾਕਾ ਜਿਹੜਾ ਹੁੰਦਾ ਹੈ ਤੇ ਪ੍ਰਕਿਰਤੀ ਦੇ ਵਿੱਚ, ਜੰਗਲਾਂ ਦੇ ਵਿੱਚ ਜਿੱਥੇ ਵਾਹ ਪੈਂਦਾ ਤੁਸੀਂ ਜਾਓ, ਜਾ ਕਰਕੇ ਉੱਥੇ ਵੀ ਫਿਰ ਕਈ ਵਾਰੀ ਆਪਾਂ ਜਾਂਦੇ ਆ, ਜਾ ਕਰਕੇ ਟੀਵੀ ਲਾ ਲੈਂਦੇ, ਮੋਬਾਈਲ ਉਹਦੇ ਵਿੱਚ ਹੀ, ਤਾਂ ਵੀ ਪਿਆਰਿਓ ਗੱਲ ਨਹੀਂ ਬਣੇਗੀ। ਉੱਥੇ ਜਾ ਕਰਕੇ ਵੇਖੋ ਜਦੋਂ ਤਾਰੇ ਰਾਤ ਨੂੰ ਚੜ੍ਹਦੇ ਹਨ, ਫਿਰ ਪਤਾ ਲੱਗਦਾ ਕਿੰਨੇ ਜ਼ਿਆਦੇ ਤਾਰੇ, ਤੇ ਆ ਜਿਹੜਾ ਚੰਦਰਮਾ ਘਟਦਾ ਵੱਧਦਾ। ਅੱਜ ਦੇ ਜ਼ਮਾਨੇ ਦੇ ਵਿੱਚ ਬੱਚੇ ਨੂੰ ਬੋਲੋ ਕਿ ਮੱਸਿਆ ਕੀ ਹੈ, ਪੁੰਨਿਆ ਕੀ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ। ਆਪਾਂ ਨੂੰ ਵੀ ਪਿਆਰਿਓ ਕੈਲੰਡਰ ਵੇਖਣਾ ਪੈਂਦਾ ਤਾਂ ਪਤਾ ਅੱਜ ਮੱਸਿਆ ਵਾਲਾ ਦਿਨ ਹੈ, ਅੱਜ ਮੱਸਿਆ ਹੈ ਕਰਕੇ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ। ਰਾਤ ਨੂੰ ਜਦੋਂ ਚੰਦਰਮਾ ਨਹੀਂ ਚੜ੍ਹਨਾ, ਉਹ ਦੱਸ ਦਿਆ ਕਰਦੇ ਏਕਮ ਦਾ ਹੈ ਭਾਈ, ਅੱਜ ਦੂਜ ਦਾ ਚੰਦਰਮਾ ਹੈ। ਸੂਰਜ ਦੇ ਬਾਬਤ ਸਭ ਉਹਨਾਂ ਨੂੰ ਫਿਰ ਪ੍ਰਕਿਰਤੀ ਦੇ ਵਿੱਚ ਜਿੰਨਾ ਆਪਾਂ ਰਹਿੰਦੇ ਹਾਂ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੈ ਸੋ ਬੰਦਾ ਹੋਏ, ਤੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ।
ਤੇ ਪ੍ਰਮਾਤਮਾ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਤੇ ਉਹ ਕੁਦਰਤ ਦੇ ਵਿੱਚ ਰਹਿ ਕਰਕੇ ਇੱਕ ਪਾਸੇ ਜਮਨਾ ਬਹਿ ਸਮੀਪ, ਜਮਨਾ ਦਾ ਜਲ ਵਗ ਰਿਹਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਵੀ ਪਿਆਰਿਓ ਆਪਾਂ ਇਤਿਹਾਸ ਜਦੋਂ ਪੜ੍ਹਦੇ ਆ, ਦਸਮ ਗ੍ਰੰਥ ਸਾਹਿਬ ਜੀ ਦੀ ਬਹੁਤਾਤ ਦੇ ਵਿੱਚ ਬਾਣੀ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਦੋ ਥਾਵਾਂ ਤੇ ਮੁਕੰਮਲ ਕਰਨਾ ਕੀਤਾ। ਇੱਕ ਤਾਂ ਕਾਲ ਇੰਦਰੀ ਤਟ ਕਰੈ ਬਿਲਾਸਾ, ਬਚਿੱਤਰ ਨਾਟਕ ਦੇ ਵਿੱਚ ਇਹਦਾ ਜ਼ਿਕਰ ਆਇਆ ਹੈ। ਤੇ ਕਾਲਿੰਦਰੀ ਦਾ ਮਤਲਬ ਹੈ ਕਿ ਕਾਲਿੰਦਰੀ ਜਿਹੜੀ ਕਾਲੀ ਨਦੀ ਜਿਹੜੀ ਹੈ ਜਮਨਾ, ਪੌਂਟਾ ਸਾਹਿਬ ਜਿਹੜਾ ਹੈ ਉਥੋਂ ਪਿਆਰਿਓ ਅੱਜ ਵੀ ਆਪ ਜੀ ਜਾਓ ਪੌਂਟਾ ਸਾਹਿਬ ਦੇ ਕੰਢੇ ਤੇ ਬਹੁਤ ਵੱਡੀ ਪਿਆਰਿਓ ਉੱਥੇ ਸਿਲਾ ਸੀ। ਉਹ ਸਿਲਾ ਦੇ ਉੱਤੇ ਬੈਠ ਕਰਕੇ ਇੱਕ ਪਾਸੇ ਜਮਨਾ ਬਹਿ ਸਮੀਪ, ਜਮਨਾ ਦਾ ਜਲ ਵਗ ਰਿਹਾ। ਅੱਜ ਵੀ ਪਿਆਰਿਓ ਜਦੋਂ ਆਪਾਂ ਜਾਂਦੇ ਨਾ ਪੌਂਟਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਬੜਾ ਪਿਆਰਿਓ ਰਮਣੀਕ ਅਸਥਾਨ ਹੈ। ਇੱਕ ਪਾਸੇ ਪਹਾੜੀ ਦੀਆਂ ਵਾਦੀਆਂ, ਚੋਟੀਆਂ ਨਜ਼ਰ ਆਉਂਦੀਆਂ ਹਨ, ਬਹੁਤ ਜ਼ਿਆਦੀ ਹਰਿਆਵਲ ਹੈ। ਬਹੁਤ ਜਦੋਂ ਆਪਾਂ ਇੱਥੋਂ ਲੰਘਦੇ ਹਾਂ ਹਰਿਦੁਆਰ ਤੋਂ ਜਾਂਦੇ ਹਾਂ, ਵੱਡਾ ਜੰਗਲ ਵੀ ਲੱਗਦਾ ਵਿਚਕਾਰ, ਬਹੁਤ ਸਾਰੇ ਸ਼ੇਰ, ਹਾਥੀ, ਬਹੁਤ ਜਿਹੜੇ ਜੰਗਲੀ ਜਾਨਵਰ ਅੱਜ ਵੀ ਉੱਥੇ ਮੌਜੂਦ ਹਨ। ਉੱਥੇ ਬੈਠ ਕਰਕੇ ਮਹਾਰਾਜ ਜੀ ਨੇ ਦਸਮ ਗ੍ਰੰਥ ਸਾਹਿਬ ਜੀ ਦੀ ਬਹੁਤ ਬਾਣੀ ਜਿਹੜੀ ਹੈ, ਜਾਪ ਸਾਹਿਬ ਹੋ ਗਿਆ, ਬਚਿੱਤਰ ਨਾਟਕ ਹੋ ਗਿਆ, ਅਕਾਲ ਉਸਤਤ ਹੋ ਗਿਆ, ਇਤਿਆਦਿਕ ਬਹੁਤ ਸਾਰੀ ਬਾਣੀ ਦਾ ਉੱਥੇ ਉਚਾਰਨ ਕਰਨਾ ਕੀਤਾ। ਤੇ ਕਾਲਿੰਦਰੀ ਦਾ ਜਮਨਾ ਦਾ ਪਾਣੀ ਪਿਆਰਿਓ ਪਹਾੜਾਂ ਤੋਂ ਜਦੋਂ ਰੁੜ ਕਰਕੇ ਆਉਂਦਾ ਸੀ, ਬਹੁਤ ਜ਼ਿਆਦੀ ਉੱਥੇ ਕਲਹਾ ਵੱਜਦੀ ਸੀ, ਬਹੁਤ ਜ਼ਿਆਦਾ ਪਾਣੀ ਦਾ ਸ਼ੋਰ ਹੋਇਆ ਕਰਦਾ। ਤੇ ਸੰਗਤਾਂ ਨੇ, ਕਵੀਆਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਇੱਥੇ ਹੀ ਤਾਂ ਮਹਾਰਾਜ ਜੀ ਨੇ 52 ਕਵੀਆਂ ਦੀ ਸਥਾਪਨਾ ਕਰਨੀ ਕੀਤੀ। ਮਹਾਰਾਜ ਜੀ ਦੇ ਕੋਲ ਹਰ ਵੇਲੇ 52 ਕਵੀ ਰਹਿੰਦੇ ਸਨ, ਕਵੀ ਦਰਬਾਰ ਲੱਗਦਾ ਸੀ। ਅੱਜ ਵੀ ਪਿਆਰਿਓ ਮਰਿਆਦਾ ਮੌਜੂਦ ਹੈ, ਉੱਥੇ ਸ਼ਾਮ ਨੂੰ ਕਵੀ ਦਰਬਾਰ ਰੋਜ਼ ਲੱਗਦਾ, ਸਵਈਏ ਪੜ੍ਹੇ ਜਾਂਦੇ ਤੇ ਵੱਡੇ ਵੱਡੇ ਕਾਨਫਰੰਸ ਕਵੀਆਂ ਦੇ ਦਰਬਾਰ ਵੀ ਜਦੋਂ ਲੱਗਦੇ, ਜ਼ਿਆਦਾ ਕਰਕੇ ਪੌਂਟਾ ਸਾਹਿਬ ਤੇ ਜਲ ਵਗਦਾ ਸੀ, ਬਹੁਤ ਜ਼ਿਆਦਾ ਖਲਲ ਪੈ ਜਾਂਦਾ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਆਪਾਂ ਥੋੜਾ ਲਾਂਬੇ ਚੱਲ ਜਾਈਏ, ਕਿਉਂਕਿ ਇੱਥੇ ਆ ਨਦੀ ਦਾ ਬਹੁਤ ਜ਼ਿਆਦਾ ਖੜਾਕਾ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਜਮਨਾ ਨੂੰ ਕਿਹਾ ਕਿ ਜਮਨਾ ਤੂੰ ਸ਼ਾਂਤ ਹੋ ਜਾ ਇੱਥੇ। ਤੇ ਫਿਰ ਪਿਆਰਿਓ ਅੱਜ ਵੀ ਇਹ ਨਜ਼ਾਰਾ ਆਪਾਂ ਵੇਖਦੇ ਹਾਂ। ਤੇ ਪੌਂਟਾ ਸਾਹਿਬ ਤੋਂ ਪਹਿਲਾਂ ਵੀ ਬੜਾ ਖੜਾਕਾ ਹੁੰਦਾ, ਪਾਣੀ ਦੇ ਵਿੱਚ ਛੱਲਾਂ ਵੱਜਦੀਆਂ। ਤੇ ਫਿਰ ਪੌਂਟਾ ਸਾਹਿਬ ਜਿਹੜਾ ਅਸਥਾਨ ਹੈ, ਉਸ ਤੋਂ ਅੱਗੇ ਵੀ ਜਾ ਕਰਕੇ ਬਹੁਤ ਜ਼ਿਆਦਾ ਛੱਲ ਵੱਜਦੀ ਹੈ, ਬੜਾ ਖੜਾਕਾ ਹੁੰਦਾ। ਲੇਕਿਨ ਪਾਵਨ ਅਸਥਾਨ ਪੌਂਟਾ ਸਾਹਿਬ ਦੀ ਧਰਤੀ ਤੇ ਜਿੱਥੇ ਸਤਿੰਦਰਵ ਗ੍ਰੰਥ ਸੁਧਾਰਾ, ਭਾਵ ਕੇ ਮਹਾਰਾਜ ਜੀ ਨੇ ਕਿਹਾ ਨਾ, ਨੇਤਰ ਤੁੰਗ ਕੇ ਚਰਨ ਤਰ, ਸਤਿੰਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ, ਰਘੁਵਰ ਕਥਾ ਪ੍ਰਸੰਗ। ਜੋ ਮਹਾਰਾਜ ਜੀ ਨੇ ਰਾਮਾ ਅਵਤਾਰ ਉਚਾਰਨ ਕਰਨਾ ਕੀਤਾ, ਰਾਮਾਇਣ ਦੀ ਕਥਾ ਜੀ ਜੋ ਹੈ ਦਸਮ ਗ੍ਰੰਥ ਦੇ ਵਿੱਚ ਆਉਂਦੀ ਹੈ, ਮਹਾਰਾਜ ਜੀ ਨੇ ਉੱਥੇ ਵੀ ਬਚਨ ਕਰ ਦਿੱਤਾ, ਨੇਤਰ ਤੁੰਗ ਕੇ ਚਰਨ ਤਰ। ਨੇਤਰ ਤੁੰਗ ਦਾ ਭਾਵ ਕਿ ਜਿਹੜਾ ਨੈਣਾ ਦੇਵੀ, ਤੇ ਨਾਲ ਹੀ ਪਿਆਰਿਓ ਆਪ ਜੀ ਨੇ ਜਦੋਂ ਦਰਸ਼ਨ ਹੋ ਸਕਦਾ ਜੇ ਕੀਤੇ ਤਾਂ ਆਪ ਨੂੰ ਪਤਾ ਹੋਵੇਗਾ, ਐਨ ਪਿਆਰਿਓ ਜਦੋਂ ਆਪਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਾਂਦੇ ਆ, ਉਹਦੇ ਉੱਤੇ ਹੀ ਜਿਹੜਾ ਹੈ ਨੈਣਾ ਦੇਵੀ ਦਾ ਪਹਾੜ, ਉਹ ਮੰਦਰ ਨਜ਼ਰ ਆਉਂਦਾ। ਤੇ ਉਹਦੇ ਹੇਠ, ਪਹਾੜ ਦੇ ਹੇਠ ਹੈ ਅਨੰਦਪੁਰ ਸਾਹਿਬ। ਨੇਤਰ ਤੁੰਗ ਕੇ ਚਰਨ ਤਰ, ਸਤਿੰਦਰਵ ਤੀਰਥ ਰੰਗ, ਸਤਲੁਜ ਦਾ ਦਰਿਆ ਜਿਹੜਾ ਨਾਲ ਦੀ ਵਗਦਾ ਸੀ। ਹੁਣ ਤਾਂ ਡੈਮ ਬਣ ਗਿਆ ਕਰਕੇ ਦਰਿਆ ਜਿਹੜਾ ਹੈ, ਕਿਉਂਕਿ ਬਹੁਤ ਸਾਰੀਆਂ ਧਾਰਾਵਾਂ ਦੇ ਵਿੱਚੋਂ ਦਰਿਆ ਵਗਦਾ ਸੀ, ਪਾਣੀ ਵਗਦਾ ਸੀ, ਹੁਣ ਡੈਮ ਬਣਨ ਕਰਕੇ ਪਿਆਰਿਓ ਉਹ ਪ੍ਰਵਾਹ ਜਿਹੜਾ ਲਾਂਬੇ ਚੱਲ ਗਿਆ। ਤੇ ਉੱਥੇ ਫਿਰ ਬੈਠ ਕਰਕੇ ਬਿਭੌਰ ਸਾਹਿਬ ਜਿਹੜਾ ਹੈ, ਆਪਾਂ ਅਰਦਾਸ ਦੇ ਵਿੱਚ ਵੀ ਜਿਹਦਾ ਨਾਮ ਪੜ੍ਹਦੇ ਹਾਂ ਬਿਭੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਉਹ ਬਿਭੌਰ ਸਾਹਿਬ ਵੀ ਪਿਆਰਿਓ ਉੱਥੇ ਹੀ ਹੈ ਜਿੱਥੇ ਸਤਲੁਜ ਦਾ ਡੈਮ ਜਿਹੜਾ ਹੈ, ਨੰਗਲ ਦਾ ਡੈਮ, ਉੱਥੇ ਹੀ ਸਤਿਗੁਰੂ ਮਹਾਰਾਜ ਜੀ ਨੇ ਚੌਪਈ ਸਾਹਿਬ ਦੀ ਬਾਣੀ ਦਾ ਉਚਾਰਨ ਕਰਨਾ ਕੀਤਾ। ਕਹਿਣ ਦਾ ਭਾਵ ਕਿ ਇਹ ਦਰਿਆਵਾਂ ਆਦਿਕ ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਉਹਨਾਂ ਦੀ ਪਿਆਰਿਓ ਦੋਸਤੀ ਹੁੰਦੀ ਹੈ, ਜੋ ਰੱਬ ਦੇ ਪਿਆਰੇ ਹੁੰਦੇ ਹਨ, ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲੇ, ਜੋ ਕਵੀ ਰਾਜ ਕਵੀਸ਼ਰ ਹੁੰਦੇ, ਉਹ ਦਰਿਆਵਾਂ ਆਦਿਕ ਪ੍ਰਕਿਰਤੀ ਦੇ ਵਿੱਚ ਰਹਿ ਕਰਕੇ ਇਹਦਾ ਉਚਾਰਨ ਕਰਦੇ। ਇਸ ਤਰ੍ਹਾਂ ਹੀ ਬੁਗੜੀਆਂ ਵਿੱਚ ਰਹਿ ਕਰਕੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਨਾਨਕ ਪ੍ਰਕਾਸ਼ ਦਾ ਗ੍ਰੰਥ, ਉਹਦੀ ਸੰਪਾਦਨਾ ਕੀਤੀ, ਭਾਵ ਕਿ ਉਹਦੀ ਰਚਨਾ ਕਰਨੀ ਕੀਤੀ ਹੈ।
ਆਪ ਕਵੀ ਰਾਜ ਪਿਆਰਿਓ ਲਿਖਿਆ ਨਹੀਂ ਕਰਦੇ ਸਨ, ਆਪ ਉਹ ਉਚਾਰਨ ਕਰਦੇ। ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਲੱਕੜ ਦਾ ਜਿਹੜਾ ਖੜਤਾਲਾ ਵੀ ਹੁੰਦਾ ਸੀ, ਜਿਹੜੇ ਕੀਰਤਨੀਏ ਕਰਦੇ, ਬਸ ਉਹ ਵਜਾ ਕਰਕੇ ਉਹਦੇ ਉੱਤੇ ਜਿਹੜਾ ਹੈ ਇਹ ਚਾਲ ਬਣਾਉਂਦੇ ਸਨ। ਦੇਖੋ, ਸਵਈਏ ਦੀ ਚਾਲ, ਕਬਿਤ ਦੀ ਚਾਲ, ਛਪੈ ਦੀ ਚਾਲ, ਦੋਹੇ ਦੀ, ਚੌਪਈ ਦੀ, ਭੁਜੰਗ ਪ੍ਰਿਆਦ ਦੀ, ਭੁਜੰਗ ਦੀ, ਚਾਚਰੀ ਛੰਦ ਹੋ ਗਿਆ, ਮਧੁਪਾਰ, ਹਰ ਇੱਕ ਦੀ ਚਾਲ ਪਿਆਰਿਓ ਵੱਖਰੀ ਹੈ। ਲੇਕਿਨ ਕਵੀ ਰਾਜ ਜੀ ਨੇ ਹਰ ਚਾਲ ਦੇ ਵਿੱਚ, ਜਿੰਨੇ ਪਿਆਰਿਓ ਕਵਿਤਾ ਦੇ ਵਿੱਚ ਚਾਲਾਂ ਆਉਂਦੀਆਂ ਹਨ, ਉਹਨਾਂ ਸਾਰੀਆਂ ਚਾਲਾਂ ਦੇ ਵਿੱਚ ਇਹਨਾਂ ਨੇ ਬਾਣੀ ਜਿਹੜੀ ਹੈ, ਕਵਿਤਾ ਜਿਹੜੀ ਹੈ, ਇਤਿਹਾਸ ਦਾ ਉਚਾਰਨ ਕਰਨਾ ਕੀਤਾ। ਤੇ ਕਹਿੰਦੇ ਹੱਥ ਵਿੱਚ ਖੜਤਾਲਾ ਲੈ ਕਰਕੇ ਬਸ ਉਹਨੂੰ ਵਜਾ ਕਰਕੇ, ਜਾਂ ਫਿਰ ਇਸ ਤਰ੍ਹਾਂ ਉਂਗਲ ਦੇ ਵਿੱਚ ਗਿਣਦੇ, ਇਸ ਤਰ੍ਹਾਂ ਉਚਾਰਨ ਕਰਦੇ ਕਰਦੇ, ਹਾਂ ਇਹ ਚੌਪਈ ਕਰਕੇ ਫਿਰ ਉਹ ਉਚਾਰਨ ਕਰਦੇ ਸਨ। ਤੇ ਇਸ ਤਰ੍ਹਾਂ ਉਹਨਾਂ ਨੇ ਇਹ ਗ੍ਰੰਥ ਪੂਰਾ ਕੀਤਾ। ਹੁਣ ਗੁਰਪ੍ਰਤਾਪ ਇਹ ਸੂਰਜ ਗ੍ਰੰਥ ਜਿਹੜਾ ਹੈ, ਤੇ ਇੱਦਾਂ ਹੀ ਪਿਆਰਿਓ ਅੱਗੇ ਜਾ ਕਰਕੇ ਜਦੋਂ ਮੰਗਲਾਚਰਨ ਹੋ ਜਾਣਗੇ, ਉਸ ਤੋਂ ਬਾਅਦ ਕਵੀ ਰਾਜ ਜੀ ਨੇ ਆਪ ਪੂਰੇ ਪਿਆਰਿਓ ਇੱਕ ਦੋ ਪ੍ਰਸੰਗ ਦਿੱਤੇ ਇਹਦੇ ਬਾਬਤ। ਤੇ ਇਹਦੇ ਵਾਸਤੇ ਵੀ ਪਿਆਰਿਓ ਸਾਨੂੰ ਸਰਵਣ ਕਰਨਾ ਚਾਹੀਦਾ। ਇਹਦਾ ਜੋ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਤੇ ਸੂਰਜ ਦੇ ਅਨੁਸਾਰ ਪਿਆਰਿਓ ਇਹ ਗ੍ਰੰਥ ਜਿਹੜਾ ਲਿਖਿਆ ਗਿਆ। ਜਿਸ ਤਰ੍ਹਾਂ ਸੂਰਜ ਦੀ ਚਾਲ ਹੁੰਦੀ ਹੈ, ਇੱਕ ਸਾਲ, ਇੱਕ ਵਰੇ ਦੇ ਵਿੱਚ 12 ਰੁੱਤਾਂ, 12 ਰਾਸ ਆਉਂਦੀ ਹੈ। 12 ਮਹੀਨੇ ਨੂੰ, ਜਿਹਨੂੰ ਆਪਾਂ ਮਹੀਨਾ ਬੋਲਦੇ ਆ, ਉਹਨੂੰ ਰਾਸ ਕਿਹਾ ਜਾਂਦਾ। ਤੇ 12 ਰਾਸ ਹੋ ਗਿਆ। ਉਹਦੇ ਵਿੱਚ ਸੂਰਜ ਜਿਹੜਾ ਹੈ, ਹਰ ਰਾਸ ਦੇ ਵਿੱਚ, ਹਰ ਮਹੀਨੇ ਦੇ ਵਿੱਚ ਸੂਰਜ ਇੱਕ ਰਾਸ ਤੋਂ ਨਿਕਲ ਕਰਕੇ ਦੂਜੇ ਰਾਸ ਦੇ ਵਿੱਚ ਪ੍ਰਵੇਸ਼ ਕਰਦਾ, ਉਹਨੂੰ ਰਾਸ ਕਿਹਾ ਜਾਂਦਾ ਸੀ। ਹੁਣ ਉਹਨੂੰ ਆਪਾਂ ਮਹੀਨਾ ਬੋਲਦੇ ਆ। ਇੱਕ ਵਰੇ ਦੇ ਵਿੱਚ ਸੂਰਜ 12 ਰਾਸਾਂ ਦੇ ਵਿੱਚ, ਤੇ 6 ਰੁੱਤ ਜਿਹੜੇ ਹਨ, ਇਹ 12 ਰਾਸਾਂ ਦੇ ਵਿੱਚ, ਇੱਕ ਸਾਲ ਦੇ ਵਿੱਚ 6 ਰੁੱਤਾਂ ਹੁੰਦੀਆਂ। ਤੇ ਉਸ ਤੋਂ ਬਾਅਦ 2 ਐਣ ਹੁੰਦੇ ਹਨ, ਇੱਕ ਉੱਤਰਾਇਣ ਤੇ ਇੱਕ ਦਖਣਾਇਣ ਉਹਨੂੰ ਕਿਹਾ ਜਾਂਦਾ। ਸੂਰਜ ਵੀ ਪਿਆਰਿਓ, ਤੇ ਫਿਰ ਜਦੋਂ ਚੱਲਦਾ ਨਾ, ਇਹ ਤਾਂ ਤੁਹਾਨੂੰ ਪਤਾ ਲੱਗੇਗਾ, 6 ਮਹੀਨੇ ਪਿਆਰਿਓ ਉੱਥੇ ਸਦਾ ਜਿਹੜਾ ਹੈ ਦਿਨ ਹੀ ਰਹਿੰਦਾ, ਪ੍ਰਕਾਸ਼ ਹੀ ਪ੍ਰਕਾਸ਼ ਰਹਿੰਦਾ। ਤੇ ਤਕਰੀਬਨ 5-6 ਮਹੀਨੇ ਸਦਾ ਰਾਤ ਹੀ ਹੁੰਦੀ ਹੈ ਉੱਥੇ। ਦਿਨ ਰਾਤ ਜਿਸ ਤਰ੍ਹਾਂ ਆਪਣੇ ਕੋਲ ਚੱਲਦਾ ਨਾ, ਹੁਣ ਦਿਨ ਹੈ ਭਾਈ, ਫਿਰ ਰਾਤ ਆ ਗਈ, ਇਸ ਤਰ੍ਹਾਂ ਉੱਥੇ ਨਹੀਂ ਚੜ੍ਹਦਾ। ਉੱਥੇ ਤਾਂ ਪਿਆਰਿਓ ਕਈ ਵਾਰੀ ਫਿਰ ਕੀ ਹੁੰਦਾ, ਤੇ ਜਦੋਂ ਦਖਣਾਇਨ ਦੇ ਵਿੱਚ ਹੋਵੇ ਸੂਰਜ, ਤਾਂ ਫਿਰ ਪੂਰੀ ਰਾਤ ਹਨੇਰਾ ਹੀ ਹੁੰਦਾ, ਦਿਨ ਹੀ ਨਹੀਂ ਚੜ੍ਹਦਾ, ਸੂਰਜ ਦਾ ਪਤਾ ਹੀ ਨਹੀਂ ਲੱਗਦਾ। ਫਿਰ ਪਿਆਰਿਓ ਉੱਤਰਾਇਣ ਦੇ ਵਿੱਚ ਜਦੋਂ ਆ ਜਾਵੇ ਸੂਰਜ, ਸਦਾ ਪਿਆਰਿਓ ਉੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਫਿਰ ਕਦੇ ਰਾਤ ਨਹੀਂ ਹੁੰਦੀ ਹੈ। ਉਹਨੂੰ ਫਿਰ ਉੱਥੇ ਗਏ ਤਾਂ ਸਾਨੂੰ ਪਤਾ ਲੱਗਦਾ ਇਹ ਉੱਤਰਾਇਣ ਦੇ ਵਿੱਚ ਹੈ ਜਾਂ ਦਖਣਾਇਨ ਦੇ ਵਿੱਚ ਹੈ। ਇਸ ਤਰ੍ਹਾਂ ਸੂਰਜ ਦੇ ਗਿਣਤੀ ਦੇ ਅਨੁਸਾਰ ਇਹ ਗ੍ਰੰਥ ਲਿਖਿਆ ਗਿਆ ਹੈ। ਤੇ ਨਾਮ ਇਹਨਾਂ ਨੇ ਰੱਖਿਆ ਸ਼੍ਰੀ ਗੁਰਪ੍ਰਤਾਪ ਸਤਿਗੁਰੂ ਮਹਾਰਾਜ ਜੀ ਦਾ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਜਿਹੜੇ ਸਤਿਗੁਰੂ ਮਹਾਰਾਜ ਜੀ ਹੋਏ ਹਨ, ਉਹਨਾਂ ਦਾ ਇਹ ਪ੍ਰਤਾਪ ਦਾ ਗ੍ਰੰਥ ਹੈ। ਆਓ ਪਿਆਰਿਓ ਆਪਾਂ ਕਥਾ ਨੂੰ ਆਰੰਭ ਕਰਨਾ ਕਰੀਏ, ਕਥਾ ਨੂੰ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਹਾਜ਼ਰੀ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਜੋ ਮੰਗਲ ਹੈ, ਤਕਰੀਬਨ ਪਿਆਰਿਓ 524 ਵਾਰੀ ਇਹ ਮੰਗਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਆਇਆ। ਹੋ ਸਕਦਾ ਇੱਕ ਘੱਟ ਹੋ ਸਕਦਾ ਜਾਂ ਵੱਧ, ਲੇਕਿਨ ਤਕਰੀਬਨ ਇੰਨਾ ਹੀ ਪੈਂਦਾ। ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਜੋ ਮੰਗਲ ਹੈ ਕਿ ਇੱਕ ਓੰਕਾਰ ਜੋ ਅਦਵਤੀ ਪ੍ਰਮਾਤਮਾ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ,
ਸਤਿਗੁਰ ਪੂਰਾ ਗੁਰੂ ਜਿਹੜਾ ਹੈ ਉਹਦੀ ਪ੍ਰਸਾਦ, ਉਹਦੀ ਕਿਰਪਾ ਦੇ ਨਾਲ ਹੀ ਪਿਆਰਿਓ ਅਦਵਤੀय ਪ੍ਰਮਾਤਮਾ ਦੀ ਓੰਕਾਰ ਦੀ ਪ੍ਰਾਪਤੀ ਹੁੰਦੀ ਹੈ। ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤ। ਇਹ ਜਿਹੜਾ ਗ੍ਰੰਥ ਪਿਆਰਿਓ ਅਥ ਦਾ ਮਤਲਬ ਕਿ ਹੁਣ ਜਦੋਂ ਆਰੰਭਤਾ ਹੁੰਦੀ ਨਾ ਕਿਸੇ ਵੀ ਗ੍ਰੰਥ ਦੀ, ਤੇ ਉਹਦਾ ਜਿਹੜਾ ਹੈ ਜਿਸ ਤਰ੍ਹਾਂ ਆਪ ਜੀ ਦਸਮ ਗ੍ਰੰਥ ਸਾਹਿਬ ਜੀ ਵੀ ਪੜ੍ਹ ਲਓ, ਉਹਦੇ ਵਿੱਚ ਜਿਹੜਾ ਹੈ ਕਈ ਵਾਰੀ ਨਵਾਂ ਟੌਪਿਕ ਜਦੋਂ ਸ਼ੁਰੂ ਹੁੰਦਾ, ਅਧਿਆਇ ਸ਼ੁਰੂ ਹੁੰਦਾ, ਤੇ ਉਹਦੀ ਆਰੰਭਤਾ ਹੁੰਦੀ ਹੈ ਅਥ ਤੋਂ ਮਤਲਬ ਕਿ ਭਾਈ ਹੁਣ ਇਹ ਜਿਹੜਾ ਟੌਪਿਕ ਚੱਲੇਗਾ, ਹੁਣ ਇਹ ਜਿਹੜੀ ਕਥਾ ਆਵੇਗੀ, ਉਹਦਾ ਸਿਰਲੇਖ ਦਿੱਤਾ ਜਾਂਦਾ। ਫਿਰ ਉਹ ਜਦੋਂ ਕਥਾ ਖਤਮ ਹੋ ਜਾਂਦੀ ਹੈ ਉਹਦੇ ਉੱਤੇ ਲਿਖਿਆ ਹੋਇਆ ਹੁੰਦਾ ਇਤੀ ਸ਼੍ਰੀ ਦਸਮ ਸਿਕੰਦ ਪੁਰਾਣੇ ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ। ਇਸ ਤਰ੍ਹਾਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਹੁਣ ਇਹ ਜਿਹੜੀ ਕਥਾ ਚੱਲ ਰਹੀ ਹੈ ਨਾਨਕ ਪ੍ਰਕਾਸ਼ ਦੇ ਵਿੱਚ ਵੀ, ਜਦੋਂ ਵੀ ਪਿਆਰਿਓ ਅਧਿਆਇ ਖਤਮ ਹੁੰਦਾ ਉੱਥੇ ਇਤੀ ਆਉਂਦਾ। ਇਤੀ ਦਾ ਮਤਲਬ ਕਿ ਬਸ ਇੱਥੇ ਖਤਮ ਹੈ, ਪੂਰਨ ਵਿਰਾਮ ਜਿਹੜਾ ਇਹ ਜੋ ਅਧਿਆਇ ਚੱਲ ਰਿਹਾ ਸੀ, ਇਹ ਜੋ ਕਥਾ ਚੱਲ ਰਹੀ ਸੀ ਭਾਈ, ਉਹਦੀ ਇੱਥੇ ਸਮਾਪਤੀ ਹੋਈ ਹੈ। ਅਥ ਦਾ ਮਤਲਬ ਕਿ ਹੁਣ ਸ਼੍ਰੀ ਗੁਰੂ ਮਹਾਰਾਜ ਜੀ ਦੇ ਪ੍ਰਤਾਪ ਦਾ ਸੂਰਜ ਇਹ ਗ੍ਰੰਥ ਜਿਹੜਾ ਹੈ ਇਹ ਲਿਖਿਆ ਜਾ ਰਿਹਾ ਹੈ। ਤੇ ਇਹਦੇ ਵਿੱਚੋਂ ਦਾਸ ਨੇ ਜਿਹੜੀ ਬੇਨਤੀ ਕੀਤੀ ਸੀ ਨਾ 12 ਰਾਸਾਂ ਦੇ ਵਿੱਚੋਂ ਸੀ ਜੁਗਾਦ ਸੱਚ, ਜਦੋਂ ਸਾਰੇ ਯੁੱਗ ਖਤਮ ਹੋ ਜਾਣਗੇ ਫਿਰ ਵੀ ਉਹ ਮੌਜੂਦ ਰਹੇਗਾ। ਹੈ ਭੀ ਸੱਚ, ਉਹ ਹੁਣ ਵੀ ਹੈ। ਨਾਨਕ ਹੋਸੀ ਵੀ ਸੱਚ, ਭਾਵ ਕਿ ਸਦਾ ਉਹ ਹੋਸੀ ਹੈ, ਸਦਾ ਉਹ ਨਿਰੰਤਰ ਜਿਹੜਾ ਅਹਿਰਨੈਸ, ਉਹ ਸੱਚ ਜਿਹੜਾ ਉਹਦੀ ਹੋਂਦ ਬਰਕਰਾਰ ਰਹੇਗੀ। ਕਵੀ ਰਾਜ ਜੀ ਦੱਸਦੇ ਤੀਨੋਂ ਜਿੰਨੇ ਵੀ ਆਪਾਂ ਜਗਤ ਦੇ ਜਾਲ ਵੇਖਦੇ ਹਾਂ, ਜਿਹੜੇ ਵੀ ਸੰਸਾਰ ਦੇ ਵਿੱਚ ਜੋ ਵੀ ਨਜ਼ਰ ਆ ਰਿਹਾ, ਸਾਰਾ ਪਿਆਰਿਓ ਉਹਦੇ ਆਸਰੇ ਤੇ ਟਿਕਿਆ ਹੋਇਆ। ਜਾਲ ਕਾਲ ਲਖ ਮੁਚਤ ਜਿਸ ਕਰਤਾ ਪੁਰਖ ਅਕਾਲ। ਜਾਲ ਕਾਲ ਲਖ ਮੁਚਤ ਜਿਸ, ਮੁਚਤ ਦਾ ਭਾਵ ਕਿ ਨਾਸ਼ ਹੋ ਜਾਂਦਾ ਹੈ, ਤੇ ਜਿਹਨੂੰ ਵੇਖ ਕਰਕੇ ਜਾਲ ਦਾ ਕਾਲ ਦਾ ਜਾਲ ਵੀ ਜਿਹੜਾ ਖਤਮ ਹੋ ਜਾਂਦਾ ਹੈ। ਕਹਿੰਦੇ ਕਿ ਕਾਲ ਨੇ ਪਿਆਰਿਓ ਜਾਲ ਜਿਹੜਾ ਹੈ ਬਣਾਉਣਾ ਕੀਤਾ, ਤੇ ਉਹ ਜਾਲ ਦੇ ਵਿੱਚ ਸਾਰੇ ਜੀਵ ਆਪਾਂ ਫਸਦੇ ਹਾਂ, ਦੇਰ ਸਵੇਰ ਸਾਰਿਆਂ ਨੇ ਫਸਣਾ ਹੈ। ਤੇ ਜਦੋਂ ਆਪਾਂ ਫਸ ਜਾਂਦੇ ਹਾਂ, ਜਿਹੜਾ ਕਾਲ ਦੇ ਜਾਲ ਵਿੱਚ ਫਸ ਗਿਆ ਸਮਝੋ ਉਹ ਮਰ ਗਿਆ। ਤੇ ਅੱਜ ਆਪਾਂ ਬਚ ਗਏ, ਕੋਈ ਗੱਲ ਨਹੀਂ ਹੈ, ਕਦੇ ਨਾ ਕਦੇ ਤਾਂ ਗੇੜ ਦੇ ਵਿੱਚ ਆਉਣਾ ਹੈ, ਉਹ ਜਾਲ ਦੇ ਵਿੱਚ ਆਪਾਂ ਨੇ ਵੀ ਫਸਣਾ। ਲੇਕਿਨ ਜਿਹੜਾ ਉਸ ਰੱਬ ਦੀ ਸ਼ਰਨ ਵਿੱਚ ਚੱਲ ਜਾਂਦਾ ਉਹ ਕਾਲ ਦੇ ਜਾਲ ਵਿੱਚ ਨਹੀਂ ਫਸਦਾ ਹੈ, ਕਾਲ ਦਾ ਜਾਲ ਮੁਚਤ ਹੋ ਜਾਂਦਾ, ਖਤਮ ਹੋ ਜਾਂਦਾ। ਤੇ ਕਰਤਾ ਪੁਰਖ ਅਕਾਲ, ਉਹ ਜਿਹੜਾ ਹੈ ਕਰਤਾ ਹੈ, ਸਾਰਿਆਂ ਦਾ ਕਰਤਾ ਹੈ। ਪੁਰੀ ਵਸ਼ਯੰਤੀ ਸਾ ਪੁਰਖਾ, ਸਾਰਿਆਂ ਦੇ ਵਿੱਚ ਜਿਹਦਾ ਵਾਸਾ ਹੈ ਉਹ ਪੁਰਖ ਹੈ, ਤੇ ਅਕਾਲ ਹੈ, ਕਾਲ ਤੋਂ ਰਹਿਤ ਹੈ ਉਹ ਪ੍ਰਮਾਤਮਾ, ਉਹ ਵਾਹਿਗੁਰੂ। ਦੋਹਰਾ ਛੋਨੀ ਸੂਰਜ ਅਗਨ ਜਮ ਵਾਯੂ ਤਰਾਸ ਜਿਸ ਪਾਏ। ਹੁਣ ਅਗਲੇ ਮੰਗਲ ਦੇ ਵਿੱਚ ਕਰਤਾ ਪੁਰਖ ਦਾ ਮੰਗਲ ਕਰਦੇ ਹਨ। ਛੋਨੀ ਦਾ ਭਾਵ ਕਿ ਧਰਤੀ, ਸੂਰਜ, ਅਗਨੀ, ਚਲਤ ਨਾ ਅੰਤ, ਇਹ ਸਭ ਕੁਝ ਜਿਹੜਾ ਹੈ ਪ੍ਰਮਾਤਮਾ ਦੇ ਭੈ ਦੇ ਵਿੱਚ ਹੈ। ਨਿਜ ਸੁਭਾਵ ਮਹਿ ਥਿਤ ਰਹਿਤ ਆਸ ਬ੍ਰਹਮ ਰਿਦ ਬਿਦਤਾਏ। ਤੇ ਇਹ ਆਪਣੇ ਸੁਭਾਵ ਦੇ ਵਿੱਚ ਪਿਆਰਿਓ ਨਿਤ ਜਿਹੜੇ ਹਨ ਸਥਿਤ ਰਹਿੰਦੇ ਹਨ। ਇਸ ਤਰ੍ਹਾਂ ਹੀ ਆਪਣੇ ਨਿਜ ਸੁਭਾਵ ਦੇ ਵਿੱਚ ਆਸ ਬ੍ਰਹਮ ਰਿਦ ਬਿਦਤਾਏ, ਤੇ ਇਸ ਤਰ੍ਹਾਂ ਹੀ ਆਪਣੇ ਸੁਭਾਵ ਦੇ ਵਿੱਚ ਪ੍ਰਮਾਤਮਾ ਬ੍ਰਹਮ ਜਿਹੜਾ ਇਹ ਵਿਦਿਆਮਾਨ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਗਿਆਨੀ, ਤੇ ਇਹ ਜਦੋਂ ਆਪਾਂ ਅਸ਼ਟਪਦੀ ਪੜ੍ਹਦੇ ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਸੇ ਜਨ ਭਾਏ ਨਾਨਕ ਜਿਨ ਪ੍ਰਭ ਆਪ ਕਰੇ। ਇਹ ਪੂਰੇ ਇੱਕ ਪੌੜੀ ਦੇ ਵਿੱਚ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਤੱਤਾਂ ਦੇ ਨਾਲ ਦਿੱਤੀ ਹੈ। ਜਿਸ ਤਰ੍ਹਾਂ ਕੋਈ ਧਰਤੀ ਨੂੰ ਜਾ ਕਰਕੇ ਕੋਈ ਚੰਦਨ ਦਾ ਲੇਪ ਲਾ ਦਵੇ ਜਾਂ ਖੋਦ ਦਵੇ, ਲੇਕਿਨ ਧਰਤੀ ਨੂੰ ਕੁਛ ਨਹੀਂ ਹੁੰਦਾ। ਤੇ ਜਿਸ ਤਰ੍ਹਾਂ ਕਿ ਜਿਉਂ ਪਾਵਕ ਕਾ ਸਹਿਜ ਸੁਭਾਓ, ਪਾਵਕ ਦਾ ਮਤਲਬ ਕਿ ਅੱਗ, ਅੱਗ ਦਾ ਪਿਆਰਿਓ ਇਹ ਤਾਂ ਸਹਿਜ ਸੁਭਾਈ ਹੈ।
ਜਿਹੜਾ ਵੀ ਤੁਸੀਂ ਉਹਦੇ ਵਿੱਚ ਪਾ ਦਿਓ ਉਹਨੇ ਉਹਨੂੰ ਸਾੜ ਕੇ ਰੱਖਣਾ, ਜਲਾ ਕੇ ਰੱਖ ਦੇਣਾ। ਇਹ ਕਦੇ ਨਹੀਂ ਹੁੰਦਾ ਕਿ ਭਾਈ ਕੋਈ ਪਾਪੀ ਨੇ ਅੱਗ ਦੇ ਵਿੱਚ ਹੱਥ ਪਾ ਦਿੱਤਾ, ਉਹਦਾ ਜਲ ਗਿਆ, ਤੇ ਕੋਈ ਚੰਗਾ ਮਹਾਤਮਾ ਨੇ ਅੱਗ ਪਾ ਦਿੱਤਾ, ਉਹ ਬਚ ਗਿਆ। ਇਹ ਆਪਣੇ ਸੂਰਜ, ਇਹ ਜਿੰਨੇ ਵੀ ਹਨ, ਇਹ ਆਪਣੇ ਸੁਭਾਵ ਦੇ ਵਿੱਚ ਸਥਿਤ ਹਨ। ਕਦੇ ਵੀ ਪਿਆਰਿਓ ਇਹ ਆਪਣਾ ਸੁਭਾਵ ਨਹੀਂ ਬਦਲਦੇ ਹਨ। ਕਦੇ ਤੁਸਾਂ ਨੇ ਵੇਖਿਆ ਕਿ ਅਗਨੀ ਜਿਹੜੀ ਹੈ ਸ਼ੀਤਲ ਹੋ ਗਈ ਹੈ, ਤੇ ਕਦੇ ਆ ਵੇਖਿਆ ਕਿ ਪਾਣੀ ਜਿਹੜਾ ਹੈ ਪਿਆਰਿਓ ਇਹ ਅੱਗ ਵਰਸਾ ਰਿਹਾ। ਕਦੇ ਤੁਸੀਂ ਵੇਖਿਆ ਕਿ ਧਰਤੀ ਨੇ ਸਾਰਿਆਂ ਨੂੰ ਗਰਕ ਲਿਆ, ਧਰਤੀ ਜਿਹੜੀ ਹੈ ਗਰਕ ਜਾ ਰਹੀ ਹੈ, ਖਤਮ ਹੋ ਰਹੀ ਹੈ। ਕਦੇ ਵੇਖਿਆ ਕਿ ਸੂਰਜ ਜਿਹੜਾ ਹੈ ਭਾਈ ਠੰਡਾ ਹੋ ਗਿਆ ਬਿਲਕੁਲ, ਕਿਉਂਕਿ ਇਹਨਾਂ ਨੂੰ ਜੋ ਸੁਭਾਵ ਦਿੱਤਾ, ਜੋ ਇਹਨਾਂ ਦੀ ਡਿਊਟੀ ਲਾਈ ਗਈ ਹੈ, ਤੇ ਉਹ ਆਪਣੇ ਡਿਊਟੀ ਦੇ ਵਿੱਚ ਰਹਿੰਦੇ ਹਨ, ਆਪਣੇ ਸੁਭਾਵ ਦੇ ਵਿੱਚ ਰਹਿੰਦੇ। ਇਸ ਤਰ੍ਹਾਂ ਹੀ ਪ੍ਰਮਾਤਮਾ ਜੀ, ਬ੍ਰਹਮ ਜੀ, ਵਾਹਿਗੁਰੂ ਜੀ, ਉਹ ਆਪਣੇ ਨਿਜ ਸੁਭਾਵ ਦੇ ਵਿੱਚ ਸਦਾ ਸਥਿਤ ਰਹਿੰਦੇ ਹਨ। ਦੋਹਰਾ ਮਰਮ ਨ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ। ਸਤਿਗੁਰੂ ਮਹਾਰਾਜ ਜੀ ਦਾ ਹੁਣ ਅਕਾਲ ਪੁਰਖ ਦਾ ਮੰਗਲ ਕਰਦੇ ਹਨ। ਕਵੀ ਰਾਜ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਇਹੋ ਜਿਹਾ ਹੈ ਭਾਈ ਜਿਹਦਾ ਕੋਈ ਮਰਮ ਜਿਹੜਾ ਹੈ, ਮਰਮ ਦਾ ਭਾਵ ਕਿ ਕੋਈ ਉਹਦਾ ਭੇਦ ਨਹੀਂ ਜਾਣ ਸਕਦਾ, ਕੋਈ ਉਹਦਾ ਮਰਮੱਘ ਨਹੀਂ ਹੈ, ਉਹ ਮਰਮ ਤੋਂ ਰਹਿਤ ਹੈ। ਜਿਸ ਭਰਮ ਮਿਟੇ ਮਿਲ ਜਾਏ। ਲੇਕਿਨ ਇੱਕ ਗੱਲ ਹੈ, ਜਦੋਂ ਭਰਮ ਕੇ ਪਰਦੇ ਸਤਿਗੁਰ ਖੋਲੇ, ਜਦੋਂ ਨਿਵਰਤ ਹੋ ਜਾਂਦਾ, ਭਰਮ ਖਤਮ ਹੋ ਜਾਂਦਾ, ਮਰਮ ਤਾਂ ਰੱਬ ਦਾ ਕੋਈ ਪ੍ਰਾਪਤ ਨਹੀਂ ਕਰ ਸਕਦਾ। ਲੇਕਿਨ ਜੇ ਤੁਹਾਡਾ ਭਰਮ ਖਤਮ ਅਸ ਅਭੇਦ ਕੋ ਪਾਏ, ਫਿਰ ਉਹ ਜਿਗਿਆਸੂ ਨੂੰ ਕਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਦਾ ਭਰਮ ਮਿਟ ਜਾਂਦਾ ਉਹਦੇ ਉੱਤੇ ਕਿਰਪਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸਲ ਦੇ ਵਿੱਚ ਉਹ ਧਾਰਮੀ ਬਣ ਜਾਂਦੇ, ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਨੂੰ ਭਗਤੀ ਦਾ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ। ਤੇ ਫਿਰ ਦੁਈ ਦਾ ਭੇਦ ਜਿਹੜਾ ਹੈ ਕਿ ਜੀਵ ਵੱਖਰਾ, ਈਸ਼ ਵੱਖਰਾ, ਮੈਂ ਵੱਖਰਾ ਤੇ ਉਹ ਰੱਬ ਵੱਖਰਾ, ਇਹ ਜੋ ਭੇਦ ਜਿਹੜਾ ਦੁਈ ਦਾ ਭੇਦ ਜਿਹੜਾ ਉਹ ਖਤਮ ਹੋ ਜਾਂਦਾ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ, ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਦੋਹਰਾ ਭਾਨ ਹੋਤ ਜਗ ਜਾਸ ਤੇ ਰੱਜੂ ਭੁਜੰਗ ਸਮਾਨ। ਹੁਣ ਕਵੀ ਰਾਜ ਜੀ ਅਗਲੇ ਮੰਗਲ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੰਦੇ ਹਨ। ਜਿਸ ਤਰ੍ਹਾਂ ਕਿ ਪਿਆਰਿਓ ਇਹ ਦ੍ਰਿਸ਼ਟਾਂਤ ਆਪ ਨੂੰ ਸਾਰਿਆਂ ਨੂੰ ਪਤਾ ਹੋਵੇਗਾ, ਜਿਹੜੇ ਨਿਤ ਦੇ ਨੇਮੀ ਪ੍ਰੇਮੀ ਹਨ। ਜੇ ਅੰਧਕਾਰ ਦੇ ਵਿੱਚ, ਹਨੇਰੇ ਦੇ ਵਿੱਚ ਰੱਸਾ ਪਿਆ ਹੋਇਆ ਹੋਵੇ, ਉਹ ਰੱਸਾ ਜਿਹੜਾ ਹੈ ਪਿਆਰਿਓ ਜਦੋਂ ਉਹਦੇ ਉੱਤੇ ਆਪਾਂ ਪੈਰ ਲਾਉਂਦੇ ਆ, ਪੈਰ ਰੱਖਦੇ ਆ, ਫਿਰ ਕਿਉਂਕਿ ਨਜ਼ਰ ਤਾਂ ਨਹੀਂ ਆਉਂਦਾ, ਜੇ ਆਪਾਂ ਨੂੰ ਨਜ਼ਰ ਆ ਗਿਆ ਤੇ ਭਰਮ ਖਤਮ ਹੋ ਜਾਂਦਾ ਪਈ ਇਹ ਰੱਸਾ ਹੈ। ਲੇਕਿਨ ਜਦੋਂ ਨਜ਼ਰ ਕੋਈ ਚੀਜ਼ ਨਾ ਆਵੇ, ਬੰਦਾ ਨਜ਼ਰ ਦੇ ਨਾਲ ਨੇ ਨਿਕਲ ਗਿਆ, ਮਾਰ ਮਾਰ ਕਰਕੇ ਖਤਮ ਕਰ ਦਿੱਤਾ, ਉਹਨਾਂ ਨੂੰ ਖਤਮ ਹੀ ਕਰ ਦਿੱਤਾ। ਹੁਣ ਸ਼ਹਿਰਾਂ ਦੇ ਵਿੱਚ ਤਾਂ ਸਾਪੀ ਨਹੀਂ ਹੁੰਦੇ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਇਹਨਾਂ ਤੋਂ ਬੜਾ ਖਤਰਾ ਹੁੰਦਾ ਸੀ, ਜ਼ਿਆਦਾ ਕਰਕੇ ਕਿਉਂਕਿ ਘਰਾਂ ਦੇ ਵਿੱਚ ਕੋਈ ਨਾ ਕੋਈ ਗੰਦਗੀ ਪਈ ਹੋਈ ਹੁੰਦੀ ਹੈ, ਝੂਠ ਮੀਠ ਰਹਿੰਦਾ, ਉਹਨੂੰ ਵੇਖ ਕਰਕੇ ਚੂਹੇ ਬੜੇ ਪ੍ਰਭਾਵਿਤ ਹੁੰਦੇ। ਚੂਹੇ ਜਿਹੜੇ ਹਨ ਘਰਾਂ ਦੇ ਵਿੱਚ ਇੰਨੇ ਜ਼ਿਆਦਾ ਚੂਹੇ ਹੋਇਆ ਕਰਦੇ। ਅੱਜ ਤਾਂ ਜ਼ਹਿਰ ਆ ਗਿਆ, ਕਈ ਤਰ੍ਹਾਂ ਦੇ ਯੰਤਰ ਆ ਗਏ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਜਿਹੜੇ ਇੱਥੇ ਬਜ਼ੁਰਗ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ, ਸਭ ਤੋਂ ਜ਼ਿਆਦਾ ਅਨਾਜ ਦਾ ਸਤਿਆਨਾਸ਼ ਜਿਹੜਾ ਚੂਹੇ ਕਰ ਜਾਂਦੇ ਸਨ। ਖਾਣਾ ਘੱਟ ਹੈ, ਨੁਕਸਾਨ ਜ਼ਿਆਦਾ ਕਰ ਦੇਣਾ, ਇੰਨਾ ਜ਼ਿਆਦਾ ਨੁਕਸਾਨ ਕਰ ਦਿੰਦੇ ਸਨ। ਖੇਤਾਂ ਦੇ ਵਿੱਚ ਲੱਗ ਗਏ, ਬੋਰੀਆਂ ਦੀਆਂ ਬੋਰੀਆਂ ਪਿਆਰਿਓ ਪਾੜ ਕੇ ਰੱਖ ਦਿੰਦੇ ਸਨ। ਘਰ ਦੇ ਵਿੱਚ ਪ੍ਰਸ਼ਾਦਾ ਬਣਾ ਕਰਕੇ ਰੱਖੋ ਤੇ ਉਹਨੂੰ ਲੱਗ ਜਾਂਦੇ, ਫਿਰ ਛਿੱਕਿਆਂ ਦੇ ਉੱਤੇ ਟੰਗਣਾ ਪੈਂਦਾ ਸੀ। ਕਈ ਚੂਹੇ ਇੰਨੇ ਚਲਾਕ ਹੁੰਦੇ ਸਨ, ਉਹ ਛੱਤ ਦੇ ਉੱਤੇ ਜਾ ਕਰਕੇ ਸ਼ੀਕੂ ਦੇ ਉੱਤੇ ਚੜ ਜਾਂਦੇ ਸਨ, ਉੱਥੋਂ ਫਿਰ ਖਾ ਜਾਂਦੇ ਸਨ। ਤੇ ਚੂਹੇ, ਕਹਿਣ ਦਾ ਭਾਵ ਕਿ ਚੂਹੇ ਬੜੇ ਪ੍ਰਭਾਵਿਤ ਹੁੰਦੇ, ਚੂਹੇ ਆ ਜਾਂਦੇ। ਚੂਹਿਆਂ ਨੂੰ ਖਾਣ ਵਾਸਤੇ ਸੱਪ ਜਿਹੜੇ ਘਰਾਂ ਦੇ ਵਿੱਚ ਵੜ ਜਾਂਦੇ ਸਨ, ਤੇ ਘਰਾਂ ਦੇ ਵਿੱਚ ਵੀ ਕਿੱਥੇ ਲੱਕੜਾਂ ਪਈਆਂ ਹੋਈਆਂ, ਗੋਹਾ ਪਿਆ ਹੋਇਆ, ਕੁਝ ਵੀ ਸਮਾਨ, ਉਹਦੇ ਵਿੱਚ ਓਲਾ ਲੈ ਕਰਕੇ ਸੱਪ ਬਹਿ ਜਾਂਦਾ। ਰਾਤਰੀ ਨੂੰ ਨਿਕਲਦਾ, ਤੇ ਰਾਤਰੀ ਨੂੰ ਜਦੋਂ ਅੰਧਕਾਰ ਹੋਵੇ, ਪੈਰ ਲੱਗ ਜਾਵੇ, ਰੱਸੇ ਦੇ ਉੱਤੇ ਪੈ ਜਾਵੇ, ਬੰਦੇ ਦੇ ਮਨ ਦੇ ਵਿੱਚ ਯਕਦਮ ਇਹੀ ਖਿਆਲ ਆਉਂਦਾ ਕਿ ਭਾਈ ਮਨਾ ਮੇਰਾ ਪੈਰ ਸੱਪ ਦੇ ਉੱਤੇ ਪੈ ਗਿਆ। ਬੰਦਾ ਡਰ ਜਾਂਦਾ ਸੀ, ਭੱਜ ਜਾਂਦਾ ਸੀ, ਉਸ ਲਓ ਪਈ ਸੱਪ 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 ਕਰਕੇ। ਫਿਰ ਬਾਅਦ ਦੇ ਵਿੱਚ ਚਾਰ ਬੰਦੇ ਜਦੋਂ ਲਾਲਟੈਨ ਲੈ ਕਰਕੇ ਆਉਂਦੇ ਸਨ
ਜਾਂ ਅਸਥਾ ਉਹਨਾਂ ਦੀ ਬਣ ਜਾਂਦੀ ਹੈ। ਭਾਵ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਆ। ਫਿਰ ਉਤਲਾ ਭਰਮ ਜਿਹੜਾ ਉਹਨਾਂ ਦਾ ਖਤਮ ਹੋ ਜਾਂਦਾ, ਆਰੋਪਨ ਜਿਹੜਾ ਕੀਤਾ ਹੋਇਆ ਉਹ ਮਿਟ ਜਾਂਦਾ। ਫਿਰ ਪਤਾ ਲੱਗਦਾ, ਕਹੋ ਕਬੀਰ ਹਮ ਰਾਮ ਕੀ ਅੰਸ਼, ਅਸੀਂ ਸਾਰੇ ਤਾਂ ਪ੍ਰਮਾਤਮਾ ਦੀ ਅੰਸ਼ ਹਾਂ ਕਰਕੇ। ਮਾਨ ਹਾਨ ਕਰ ਜਾਣਤੇ ਤਮ ਅਨਾਦ ਕਹੁ ਭਾਨ। ਹੁਣ ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਮਾਨ ਹਾਨ, ਜਦੋਂ ਤੱਕ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਇਹੀ ਤਾਂ ਪਿਆਰਿਓ ਮੈਂ ਮੇਰੀ ਦੀ ਗੱਲ, ਇਹੀ ਤਾਂ ਅਹੰਕਾਰ ਹੁੰਦਾ। ਜਦੋਂ ਤੱਕ ਬੰਦਾ ਮੈਂ ਮੇਰੀ ਕਰਦਾ, ਅਹੰਕਾਰ ਕਰਦਾ, ਉਦੋਂ ਤੱਕ ਉਹਨੂੰ ਗਿਆਨ ਦੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਲੇਕਿਨ ਜਦੋਂ ਉਹਦਾ ਅਹੰਕਾਰ ਖਤਮ ਹੋ ਜਾਂਦਾ, ਮਾਨ ਦਾ ਹਾਨ ਹੋ ਜਾਂਦਾ ਹੈ, ਫਿਰ ਪਿਆਰਿਓ ਉਹ ਰੱਬ ਨੂੰ ਜਾਣ ਲੈਂਦਾ। ਇੱਕ ਵਾਰੀ ਰੱਬ ਨੂੰ ਜੇ ਜਾਣ ਲਿਆ, ਤਮ ਅਨਾਦ ਕਹੋ ਮਹਾਨ। ਤਮ ਜਿਹੜਾ ਅੰਧਕਾਰ ਅਗਿਆਨਤਾ ਦਾ, ਭਾਵੇਂ ਅਨਾਦ, ਅਨਾਦ ਦਾ ਮਤਲਬ ਬਹੁਤ ਲੰਬੇ ਸਮੇਂ ਤੋਂ ਇਹ ਅਗਿਆਨਤਾ ਦਾ ਅੰਧਕਾਰ ਸਾਡੇ ਮਨ ਵਿੱਚ ਪਿਆ ਹੋਇਆ ਹੈ। ਲੇਕਿਨ ਪਿਆਰਿਓ ਜਿਸ ਤਰ੍ਹਾਂ ਕੋਈ ਕਮਰਾ ਕਈ ਸਾਲਾਂ ਤੋਂ ਬੰਦ ਹੈ, ਆਹ ਸਾਲ ਮੈਂ ਬਾਹਰ ਜਾਣ ਵਾਸਤੇ ਲਾਵਾਂਗਾ, ਇਹ ਨਹੀਂ ਹੁੰਦਾ ਪਿਆਰਿਓ। ਕਦੇ ਆਪਨੇ ਵੇਖਿਆ ਹੋਵੇਗਾ ਕਮਰਾ ਬੰਦ ਹੈ, ਅੰਧਕਾਤਮਾ ਸਤ ਹੈ, ਚੈਤਨਯ ਹੈ, ਆਨੰਦ ਸਰੂਪ ਹੈ, ਯੁੱਤ ਇਹਦੇ ਨਾਲ ਨਾਲ ਉਹ ਨਾਮ ਦੇ ਵਿੱਚ ਵੀ ਹੈ ਤੇ ਰੂਪ ਦੇ ਵਿੱਚ ਵੀ ਹੈ। ਤੇ ਇਹ ਨਾਮ ਤੇ ਰੂਪ ਦੇ ਵਿੱਚ, ਇਹ ਪੰਜ ਰੂਪਾਂ ਦੇ ਵਿੱਚ ਪ੍ਰਮਾਤਮਾ ਸੰਸਾਰ ਦੇ ਵਿੱਚ ਮੌਜੂਦ ਹੋ ਰਿਹਾ ਹੈ। ਸੰਤ ਦੁਹਨ ਉਰ ਪਰ ਹਰੈ ਤਿਨ ਤੀਨੋਂ ਕੋ ਸੰਚ। ਲੇਕਿਨ ਜਿਹੜੇ ਸੰਤ ਹੁੰਦੇ ਹਨ, ਮਹਾਂਪੁਰਖ ਹੁੰਦੇ ਹਨ, ਉਹ ਪਿਆਰਿਓ ਪ੍ਰਮਾਤਮਾ ਦੇ 5 ਗੁਣਾਂ ਦੇ ਵਿੱਚੋਂ 2 ਗੁਣਾਂ ਦਾ ਤਿਆਗ ਕਰ ਦਿੰਦੇ ਤੇ 3 ਗੁਣਾਂ ਦੇ ਉਹ ਗ੍ਰਾਹੀ ਬਣ ਜਾਂਦੇ ਹਨ। 2 ਗੁਣ ਕਿਹੜੇ ਹਨ? ਇੱਕ ਤਾਂ ਨਾਮ ਹੋ ਗਿਆ, ਇੱਕ ਰੂਪ ਹੋ ਗਿਆ। ਹਾਂ ਜੀ, ਆ ਫਲਾਨਾ ਨਾਮ, ਆ ਢਿਮਕਾਣਾ ਨਾਮ, ਸਿਰਫ ਨਾਮਾਂ ਦਾ ਤਾਂ ਭੇਦ ਹੈ ਨਾ ਪਿਆਰਿਓ। ਆਪਾਂ ਵੇਖਦੇ ਹਾਂ ਕਈ ਇੱਕਦਮ ਅਗਿਆਨੀ ਬੰਦੇ ਨੂੰ ਵੀ ਬੋਲੋ, ਉਹ ਕਹਿੰਦਾ ਜੀ ਉਹੀ ਗੱਲ ਹੈ, ਰਾਮ ਬੋਲੋ ਭਾਵੇਂ ਰਹੀਮ ਬੋਲੋ, ਗੱਲ ਤਾਂ ਇੱਕੋ ਹੀ ਹੈ। ਲੇਕਿਨ ਪਿਆਰਿਓ ਗੱਲ ਆਪਾਂ ਕਹਿ ਦਿੰਦੇ ਆ ਸਿਰਫ ਨਾਮ ਦਾ ਫਰਕ ਹੈ। ਲੇਕਿਨ ਅੱਜ ਨਾਮ ਦੇ ਕਰਕੇ ਹੀ ਲੋਕੀ ਕਿੰਨਾ ਝਗੜਾ ਕਰਦੇ ਹਨ। ਕੋਈ ਕਹੇ ਹਿੰਦੂ, ਕੋਈ ਕਹੇ ਤੁਰਕਾ, ਕੋਈ ਕਹਿੰਦਾ ਜੀ ਮੈਂ ਹਿੰਦੂ ਹਾਂ, ਕੋਈ ਕਹਿੰਦਾ ਜੀ ਮੈਂ ਮੁਸਲਮਾਨ, ਕੋਈ ਸਿੱਖ ਆ। ਕੋਈ ਨਾਮਾਂ ਦਾ ਤਾਂ ਇਹ ਝਗੜਾ ਹੈ। ਆਪਾਂ ਕਹਿੰਦੇ ਰੱਬ ਇੱਕ ਹੈ ਤਾਂ ਕੋਈ ਝਗੜਾ ਹੀ ਨਹੀਂ ਹੋਣਾ ਚਾਹੀਦਾ। ਲੇਕਿਨ ਝਗੜਾ ਕਿੱਥੇ ਹੁੰਦਾ? ਨਾਮਾਂ ਕਰਕੇ। ਕੋਈ ਕਹਿੰਦਾ ਜੀ ਉਹਦਾ ਸਿਰਫ ਰਾਮ ਨਾਮ ਹੈ, ਗੱਲ ਗਲਤ ਹੈ। ਕੋਈ ਕਹਿੰਦਾ ਜੀ ਸਿਰਫ ਅੱਲਾ ਉਹਦਾ ਨਾਮ ਹੈ, ਤਾਂ ਵੀ ਗੱਲ ਗਲਤ ਹੈ। ਮਹਾਰਾਜ ਜੀ ਨੇ ਝਗੜਾ ਹੀ ਨਿਬੇੜ ਦਿੱਤਾ ਕਿ ਆ ਕੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਇੱਕ ਪਰਮਾਤਮਾ ਦੇ ਕਈ ਨਾਮ, ਇੱਕ ਤਾਂ ਨਾਮ ਤੇ ਦੂਜਾ ਰੂਪ ਜਿਹੜਾ ਹੈ। ਆ ਫਲਾਨਾ ਹੈ ਜੀ, ਆ ਮਨੁੱਖ ਹੈ, ਇਹ ਖੋਤਾ ਹੈ, ਇਹ ਫਲਾਨਾ ਹੈ, ਇਹ ਢਿਮਕਾਣਾ ਹੈ। ਇਹ ਦੋਵੇਂ ਹੀ ਜਿਹੜੇ ਹਨ ਪਿਆਰਿਓ, ਜਿਹੜੇ ਮਹਾਂਪੁਰਖ, ਇਹ ਦੋਵਾਂ ਦਾ ਤਿਆਗ ਕਰ ਦਿੰਦੇ ਹਨ। ਤਿੰਨ ਤੀਨੋਂ ਕੋ ਸੰਚਾ, ਇਹਨਾਂ ਦੋਵਾਂ ਦਾ ਤਿਆਗ ਕਰ ਦਿੰਦੇ। ਇਹ ਸੰਸਾਰ ਜਿਹੜਾ ਨਾਮ ਤੇ ਰੂਪ ਦੇ ਵਿੱਚ ਹੀ ਹੈ। ਇਹ ਫਿਰ ਸੰਤ ਜਿਹੜੇ ਹਨ, ਇਹ ਨਾਮ ਤੇ ਰੂਪ ਨੂੰ ਛੱਡ ਕਰਕੇ ਜਿਹੜਾ ਸਤ ਹੈ, ਚੈਤਨਯ ਹੈ, ਆਨੰਦ ਸਰੂਪ ਹੈ, ਉਹਦਾ ਸੰਚਿਤ ਕਰਦੇ ਹਨ, ਉਹਨੂੰ ਮਨ ਦੇ ਵਿੱਚ ਧਾਰਨ ਕਰਦੇ ਹਨ। ਇਸ ਤਰ੍ਹਾਂ ਇੱਥੇ ਪਿਆਰਿਓ 5 ਜਿਹੜੇ ਮੰਗਲ ਹੋਏ। ਹੁਣ ਔਰ ਵੀ ਪਿਆਰਿਓ ਬਹੁਤ ਸਾਰੇ ਮੰਗਲ ਹਨ। ਤਕਰੀਬਨ 2-3 ਦਿਨ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਮੰਗਲਾਂ ਦੀ ਹੀ ਕਥਾ ਹੋਵੇਗੀ। ਉਸ ਤੋਂ ਬਾਅਦ ਫਿਰ ਕਥਾ ਦੀ ਆਰੰਭਤਾ ਹੋਵੇਗੀ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਖਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। हे संतों के सदा संग निधारा आधार।
हे ठाकुर हऊँ दासरो मैं निर्गुण गुण नहीं कोए, नानक दीजै नाम दान राखों हियै परोए। आए प्रभ शरणागति कृपा निध दयाल, एक अखर हर मन बसत नानक होत निहाल। वाहिगुरु नाम जहाज है चढ़ै सो उतरै पार, जो शरधा कर सेवंदे गुर पार उतारण हार। कथा निता प्रत होत है सुनो सो सिंह सुजाना, नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। एक ओंकार सतनाम करता पुरख निरभਉ ਨਿਰਵੈਰ ਅਕਾਲ ਮੂਰਤ ਅਜੂਨੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।